ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਗੋਦ ਦੇ ਅੰਦਰ ਸੁਭਾਇਮਾਨ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਰੂਪ ਸਤ ਸੰਗਤ ਜੀਓ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਹੈ, ਜੋ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਨਿਵਾਜੀ ਹੋਈ ਮੁਬਾਰਕ ਧਰਤੀ ਗੁਰਦੁਆਰਾ ਤਮਤਾਨ ਸਾਹਿਬ ਵਿਖੇ ਉਪਸਥਿਤ ਹੋ ਕਰਕੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਅੰਮ੍ਰਿਤ ਬਾਣੀ ਕੀਰਤਨ ਆਸਾ ਕੀ ਵਾਰ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਅੰਮ੍ਰਿਤ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਤਰਸ ਕੀਤਾ ਹੈ, ਆਪਣਿਆਂ ਸਿੰਘਾਸਨਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਆਪਣੀ ਅੰਮ੍ਰਿਤ ਬਾਣੀ ਦੇ ਪਾਵਨ ਸ਼੍ਰੀ ਮੁਖਵਾਕ ਸਾਨੂੰ ਬਖਸ਼ੇ ਨੇ। ਆਓ ਰੋਜ਼ਾਨਾ ਦੀ ਤਰ੍ਹਾਂ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਯਤਨ ਕਰਦੇ ਹਾਂ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲੇ ਫਤਿਹ ਦੇ ਸਿਮਰਨ ਨਾਲ ਹਾਜ਼ਰੀ ਲਵਾਈਏ, ਮਹਾਰਾਜ ਜੀਆਂ ਤੋਂ ਇਜਾਜ਼ਤ ਲਈਏ, ਰਸਨਾ ਨੂੰ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੋ ਮੁਖਵਾਕ ਅੰਮ੍ਰਿਤ ਵੇਲੇ ਸਾਨੂੰ ਪ੍ਰਾਪਤ ਹੋਏ ਨੇ, ਇਹ ਅੰਮ੍ਰਿਤ ਬਾਣੀ ਪੰਜਵੇਂ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਰਾਗ ਵਡਹੰਸ ਕੇ ਅੰਦਰ श्री गुरु ग्रंथ साहिब महाराज जी के पावन अंग 563 तो इस शब्द की प्रारंभता होंदी है। जो शब्द महाराज जी ने उच्चारण किया है, एक तुक इस पावन शब्द के अंदर महाराज जी ने रहाव की उच्चारण की है, ते बाकी कुल 6 पंक्तियां दा 3 तुकां दा ये जिहड़ा शब्द है, जो बख्शिश गुरु अर्जन देव साहिब महाराज इस शब्द विच कर रहे हैं, वो जो परिपूर्ण परमात्मा है, जिन्हों असीं अकाल पुरख वाहिगुरू परमेश्वर के नाम तो जानते हैं, उस परमात्मा की बात करदियां होइयां गुरु अर्जन देव साहिब महाराज फरमाउंदे ने कि वो सचमुच आश्चर्य है, ते उस परमात्मा तो जो भी बख्शिश हुई है, क्योंकि एक परमात्मा की गल है, तू अचरज। अचरज का मतलब हुंदा है जिस किसे नूं समझिया नहीं जा सकता, वो विशा जिन्हों असी जोर ला के मत की ताकत दे नाल भी पूर्ण तौर ते समझ नहीं सकांगे, उहदे लई शब्द वरत्या तू अचरज। फिर अगे फरमाउंदे ने भी उस परमात्मा तो जो कुछ होया है,
ਜਿਵੇਂ ਇੱਕ ਪਰਮਾਤਮਾ ਹੈ ਤੇ ਉਸ ਇੱਕ ਪਰਮਾਤਮਾ ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆ ਕਰਕੇ ਇੱਧਰ ਇੱਕ ਇਹ ਸਾਡੀ ਸ੍ਰਿਸ਼ਟੀ ਰਚੀ ਹੈ। ਇਹ ਇੱਕ ਕੁਦਰਤ ਇਹਦੇ ਲਈ ਸ਼ਬਦ ਵਰਤਿਆ ਗਿਆ, ਇਹ ਸਭ ਪਸਾਰਾ ਪਸਾਰਿਆ। ਜੋ ਕੁਝ ਉਸ ਤੋਂ ਹੋਇਆ ਹੈ, ਹੋਇਆ ਤੋਂ ਭਾਵ ਹੈ ਜੋ ਕੁਝ ਉਸ ਨੇ ਆਪਣੀ ਮੌਜ ਵਿੱਚ ਆ ਕੇ ਬਣਾਇਆ ਹੈ। ਜਿਵੇਂ ਉਸ ਪਰਮਾਤਮਾ ਨੂੰ ਸਮਝਣਾ ਸਾਡੇ ਲਈ ਕਠਿਨ ਹੈ, ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਉਹਦੀ ਰਚੀ ਹੋਈ ਰਚਨਾ, ਉਹਦੀ ਬਣਾਈ ਹੋਈ ਕੁਦਰਤ ਵੀ ਬਿਸਮਾ ਹੈ, ਉਹ ਵੀ ਸਾਡੇ ਲਈ ਸਮਝਣੀ ਅਤ ਕਠਿਨ ਬਾਤ ਹੈ। ਬਿਸਮ ਸ਼ਬਦ ਹੁੰਦਾ ਹੈ ਹੈਰਾਨ ਕਰਨਾ, ਇਹਦੇ ਅਖਰੀ ਅਰਥ ਨੇ ਹੈਰਾਨ ਹੋ ਜਾਣਾ, ਬਿਸਮਾਦ ਹੋਣਾ, ਕੁਦਰਤੀ ਤੌਰ ਤੇ ਸੁਰਤ ਦਾ ਹੈਰਾਨੀ ਵਿੱਚ ਚਲੇ ਜਾਣਾ ਵੀ ਵਾਸਤਵ ਦੇ ਵਿੱਚ ਸੱਚਮੁੱਚ ਇਹ ਕੀ ਸ਼ੈ ਹੈ। ਤੇ ਕੁਦਰਤ ਸੁਰਤ ਵਿਸਮਾਦ ਕਦੋਂ ਹੁੰਦੀ ਹੈ? ਵਿਦਵਾਨ ਸੱਜਣ ਕਹਿੰਦੇ ਨੇ ਜਦੋਂ ਕੁਦਰਤ ਆਪਣੀ ਕਲਾ ਵਰਤਾਉਂਦੀ ਹੈ ਤੇ ਸਾਡੇ ਵਰਗੇ ਜੀਵ ਉਸ ਨੂੰ ਬੁੱਝਣ ਦਾ ਯਤਨ ਕਰਦੇ ਨੇ, ਉਹਨੂੰ ਜਾਣਨ ਦਾ ਯਤਨ ਕਰਦੇ ਨੇ। ਤੇ ਹੁੰਦਾ ਕੀ ਹੈ, ਉਹ ਇਤਨੀ ਵੱਡੀ ਅਗੰਮੀ ਤਾਕਤ ਹੁੰਦੀ ਹੈ, ਇੰਨੀ ਵੱਡੀ ਕਲਾ ਹੁੰਦੀ ਹੈ ਵੀ ਸਾਡੀ ਮੱਤ ਕੋਲੋਂ ਉਸ ਗੱਲ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾਂਦਾ। ਜਦੋਂ ਜਾਣਿਆ ਨਹੀਂ ਜਾਂਦਾ ਫਿਰ ਇਹ ਮੱਤ ਵਿਸਮਾਦਿਤ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ। ਇਹਦੇ ਕੁਝ ਨਮੂਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਵੀ ਸਾਡੇ ਸਨਮੁਖ ਰੱਖੇ ਨੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਸੀਂ ਆਸਾ ਕੀ ਵਾਰ ਸੁਣ ਰਹੇ ਸੀ ਅੰਮ੍ਰਿਤ ਵੇਲੇ, ਗੁਰਸਵਾਰੇ ਭਾਈ ਸਾਹਿਬ ਜੀ ਹੋਰਾਂ ਨੇ ਕੀਰਤਨ ਸਾਨੂੰ ਸਰਵਨ ਕਰਵਾਏ ਨੇ। ਉਹਦੇ ਵਿੱਚ ਇੱਕ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਉਚਾਰਨ ਕੀਤਾ ਤੇ ਇਸੇ ਹੀ ਸੰਬੰਧ ਵਿੱਚ ਹੈ, ਵਿਸਮਾਦ ਦੇ ਸੰਬੰਧ ਵਿੱਚ। ਤੇ ਮੈਂ ਵਿਸਮਾਦ ਦੇ ਫਿਰ ਅਰਥ ਕਰ ਦਿੰਦਾ, ਜਿਸ ਗੱਲ ਨੂੰ ਮੁਕੰਮਲ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਜਾਣਨ ਲੱਗਿਆ ਮਨੁੱਖ ਦੀ ਸੁਰਤ ਹੈਰਾਨ ਹੋ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਜੀਓ, ਸੱਚਮੁੱਚ ਤੁਸੀਂ ਤੇ ਅਸਚਰਜ ਹੋ ਹੀ, ਲੇਕਿਨ ਤੁਸੀਂ ਆਪਣੀ ਇਹ ਜਿਹੜੀ ਕੁਦਰਤ ਬਣਾਈ ਹੈ, ਇਹ ਜਿਹੜਾ ਬ੍ਰਹਿਮੰਡ ਬਣਾਇਆ ਹੈ, ਜਾਂ ਇਹਦੇ ਵਿੱਚ ਜਿਹੜੇ ਸਾਡੇ ਵਰਗੇ ਜੀਵ ਬਣਾਏ ਹਨ, ਇਹਨਾਂ ਵਿੱਚ ਵੀ ਐਸੇ ਭੇਦ ਹਨ ਵੀ ਜਦੋਂ ਅਸੀਂ ਇਹਨਾਂ ਨੂੰ ਜਾਣਨ ਲੱਗਦੇ ਹਾਂ, ਅਸੀਂ ਉਦੋਂ ਵੀ ਵਿਸਮਾਦ ਵਿੱਚ ਚਲੇ ਜਾਂਦੇ ਹਾਂ। ਜਿਵੇਂ ਆਸਾ ਕੀ ਵਾਰ ਦੀ ਇੱਕ ਬਾਣੀ ਦੇ ਅੰਦਰ ਇੱਕ ਸ਼ਲੋਕ ਮਹਾਰਾਜ ਨੇ ਲਿਖਿਆ, ਉਹਦੀ ਪ੍ਰਾਰੰਭਤਾ ਹੀ ਇੱਥੋਂ ਕੀਤੀ ਗਈ ਹੈ। ਸ਼ਲੋਕ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਭੇਦ। ਨਾਦ ਕਿਹਾ ਜਾਂਦਾ ਹੈ ਆਵਾਜ਼ ਨੂੰ। ਜਿੱਦਾਂ ਨਾਦ ਹੈ ਨਾ, ਆਪਾਂ ਵੇਖਦੇ ਹਾਂ ਕਈ ਸਾਡੇ ਮਿਊਜ਼ਿਕ ਦੇ ਇੰਸਟਰੂਮੈਂਟ ਨੇ ਜਿਹੜੇ, ਇਹ ਜਦੋਂ ਵੱਜਦੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਨਾਦ ਉੱਠਦੇ ਨੇ, ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਉੱਠਦੀਆਂ ਨੇ। ਜਿਵੇਂ ਦਾ ਯੰਤਰ ਅਸੀਂ ਵਜਾਵਾਂਗੇ ਉਸੇ ਤਰ੍ਹਾਂ ਦਾ ਸੁਰ ਉਹਦੇ ਤੇ ਲੱਗੇਗਾ ਤੇ ਉਹਦੇ ਵਿੱਚੋਂ ਉਸੇ ਤਰ੍ਹਾਂ ਦਾ ਹੀ ਨਾਦ ਉੱਠੇਗਾ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਜੇਕਰ ਅਸੀਂ ਵਿਚਾਰ ਕਰੀਏ ਤੇ ਜਿਤਨੀਆਂ ਵੀ ਆਵਾਜ਼ਾਂ ਨੇ, ਜਿਤਨੇ ਵੀ ਨਾਦ ਨੇ, ਇਹ ਸਾਰੇ ਤੁਹਾਡੇ ਤੋਂ ਆਏ ਨੇ। ਕਿਉਂਕਿ ਹਰ ਸ਼ੈ ਦੀ ਜਿਹੜੀ ਵੀ ਆਵਾਜ਼ ਹੈ, ਵੇਖੋ ਜੇਕਰ ਇੱਥੇ ਅਸੀਂ ਬੋਲ ਰਹੇ ਹਾਂ, ਉਦਾਹਰਨ ਦੇ ਤੌਰ ਤੇ ਜੇ ਮੈਂ ਵੀ ਬੋਲ ਰਿਹਾ ਨਾ, ਤੇ ਮੇਰੀ ਜਿਹੜੀ ਆਵਾਜ਼ ਹੈ ਇਹ ਮੇਰੀ ਆਪਣੀ ਨਹੀਂ ਹੈ। ਇੱਧਰ ਕੋਈ ਰਵਾਬੀ ਸਿੰਘ ਬੈਠਾ ਇਹ ਸਾਜ਼ ਵਜਾ ਰਿਹਾ, ਹਾਰਮੋਨੀਅਮ ਪਲੇ ਕਰ ਰਿਹਾ, ਇਹਦਾ ਜਿਹੜਾ ਨਾਦ ਹੈ ਇਹ ਵੀ ਇਹਦਾ ਆਪਣਾ ਨਹੀਂ ਹੈ, ਇਹ ਕੁਦਰਤ ਚੋਂ ਆ ਰਿਹਾ। ਤੇ ਜੇਕਰ ਇਹ ਵੇਖਿਆ ਜਾਵੇ ਵੀ ਕਿੰਨੇ ਤਰ੍ਹਾਂ ਦੇ ਨਾਦ ਨੇ, ਕੋਈ ਗਿਣਤੀ ਕਰੇ, ਕੋਈ ਇਸ ਚੀਜ਼ ਨੂੰ ਟੋਟਲ ਗਿਣਤੀ ਕਰਨ ਦਾ ਯਤਨ ਕਰੇ ਵੀ ਇਹ ਕਿੰਨੇ ਤਰ੍ਹਾਂ ਦੀ ਆਵਾਜ਼ ਹੈ ਇਸ ਕੁਦਰਤ ਵਿੱਚ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚਮੁੱਚ ਸੁਰਤ ਹੈਰਾਨ ਹੋ ਜਾਏਗੀ। ਕਿਉਂਕਿ
ਅਣਗਿਣਤ ਆਵਾਜ਼ਾਂ ਸੁਣਾਈ ਦੇਣਗੀਆਂ। ਤੁਸੀਂ ਵੇਖੋ, ਪਹਿਲੇ ਤੇ ਅਸੀਂ ਜਿਤਨੇ ਮਨੁੱਖ ਹਾਂ, ਸਾਡਾ ਸਾਰਿਆਂ ਦਾ ਨਾਦ ਵੱਖਰਾ ਵੱਖਰਾ ਹੈ। ਸਾਡੀ ਸਾਰਿਆਂ ਦੀ ਆਵਾਜ਼ ਜਿਹੜੀ ਹੈ ਨਾ, ਪਰਮਾਤਮਾ ਨੇ ਡਿਫਰੈਂਟ ਵੱਖਰੀ ਵੱਖਰੀ ਰੱਖੀ ਹੈ। ਫਿਰ ਮਨੁੱਖ ਤੋਂ ਅਲੱਗਾ ਜਿਤਨੇ ਜੀਵ ਜੰਤੂ ਨੇ ਇਸ ਧਰਤੀ ਤੇ, ਉਹਨਾਂ ਸਾਰਿਆਂ ਦੀ ਆਵਾਜ਼ ਵੀ ਵੱਖ ਵੱਖ ਹੈ। ਆਪ ਕਦੇ ਖਿਆਲ ਕਰਕੇ ਵੇਖਿਓ, ਅੰਮ੍ਰਿਤ ਵੇਲੇ ਜਦੋਂ ਦਿਨ ਚੜ੍ਹਦਾ ਹੈ ਨਾ, ਕੁਝ ਚਿੜੀਆਂ ਚੂਕਦੀਆਂ ਨੇ। ਇਸ ਕੁਦਰਤ ਦੇ ਅੰਦਰ ਕੁਝ ਪੰਛੀ ਬੋਲਦੇ ਨੇ। ਪਰਮਾਤਮਾ ਨੇ ਉਹਨਾਂ ਨੂੰ ਵੀ ਨਾਦ ਦਿੱਤਾ ਹੈ, ਲੇਕਿਨ ਉਹ ਨਾਦ ਵੀ ਇੰਨਾ ਅਗੰਮੀ ਨਾਦ ਹੈ ਵੀ ਹਰ ਪੰਛੀ ਦੇ ਗਲੇ ਵਿੱਚ ਕੁਝ ਐਸਾ ਸੁਰ ਪਾ ਦਿੱਤਾ ਵੀ ਸਾਰਿਆਂ ਦੀ ਆਵਾਜ਼ ਵੱਖਰੀ ਹੈ। ਕੁਝ ਛੋਟੇ ਹੋਣਗੇ, ਕੁਝ ਵੱਡੇ ਹੋਣਗੇ, ਤੇ ਸਾਰਿਆਂ ਦੀ ਜਿਤਨੀ ਵੀ ਆਵਾਜ਼ ਹੈ ਨਾ, ਸਾਰਿਆਂ ਦੀ ਇੱਕ ਤੋਂ ਬਾਅਦ ਇੱਕ ਬਦਲ ਜਾਂਦੀ ਹੈ। ਕਿਸੇ ਦਾ ਇੱਕ ਦੂਜੇ ਨਾਲ ਸੁਰ ਨਹੀਂ ਰਲਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਰਿਪੂਰਨ ਪਰਮਾਤਮਾ, ਜੇ ਤੁਹਾਡੀ ਕੁਦਰਤ ਦੀ ਅਸੀਂ ਵਿਚਾਰ ਕਰੀਏ ਤੇ ਇਹਦੇ ਵਿੱਚ ਜੋ ਕੁਝ ਸਾਨੂੰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਅੱਜ ਬਚਨ ਆਏ ਨੇ, ਕੁਦਰਤ ਤੇਰੀ ਬਿਸਮਾ, ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਹੁਣ ਤੇਰੀ ਕੁਦਰਤ ਵਿੱਚ ਜੋ ਕੁਝ ਸਾਨੂੰ ਸੁਣਨ ਨੂੰ ਮਿਲ ਰਿਹਾ ਹੈ, ਪ੍ਰਥਮ ਅਸੀਂ ਨਾਦ ਸੁਣਦੇ ਹਾਂ, ਆਵਾਜ਼ ਸੁਣਦੇ ਹਾਂ, ਤੇ ਇੱਥੇ ਅਣਗਿਣਤੀ ਆਵਾਜ਼ਾਂ ਨੇ, ਕੋਈ ਗਿਣਤੀ ਨਹੀਂ ਹੈ। ਹਰ ਪੰਛੀ ਕੋਲ, ਹਰ ਪਸ਼ੂ ਕੋਲ, ਹਰ ਮਨੁੱਖ ਕੋਲ, ਹਰ ਇੱਕ ਸ਼ੈ ਕੋਲ ਆਪਣੀ ਇੱਕ ਵੱਖਰੀ ਆਵਾਜ਼ ਹੈ। ਇੱਥੋਂ ਤੱਕ ਵੀ ਇਹ ਜਿਹੜਾ ਸਾਡਾ ਬ੍ਰਹਿਮੰਡ ਹੈ ਨਾ, ਇਹ ਵੀ ਬੋਲਦਾ ਹੈ। ਇਹਦੇ ਵਿੱਚ ਕੁਦਰਤ ਦੀਆਂ ਵੀ ਆਵਾਜ਼ਾਂ ਨੇ। ਤੁਸੀਂ ਵੇਖੋਗੇ, ਕਦੇ ਬੱਦਲ ਗਰਜਦੇ ਨੇ ਨਾ, ਜਦੋਂ ਵਰਖਾ ਰੁੱਤ ਆਉਂਦੀ ਹੈ ਤੇ ਬੜੀ ਜ਼ੋਰ ਜ਼ੋਰ ਦੀ ਬਿਜਲੀ ਕੜਕਦੀ ਹੈ। ਹਾਲਾਂਕਿ ਉਹ ਅਸਮਾਨ ਤੇ ਹੁੰਦਾ ਤੇ ਸਾਨੂੰ ਧਰਤੀ ਤੇ ਸੁਣਾਈ ਦਿੰਦਾ, ਲੇਕਿਨ ਉਹ ਵੀ ਇੱਕ ਕੁਦਰਤ ਦਾ ਨਾਦ ਹੈ। ਇੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਇਸ ਵਿਸ਼ੇ ਤੇ ਵਿਚਾਰ ਕਰੀਏ ਨਾ, ਤੇ ਸਾਡੇ ਕੋਲ ਤੇਰੀ ਕੁਦਰਤ ਦਾ ਅੰਤ ਕੋਈ ਨਹੀਂ ਹੈ, ਤੂੰ ਅਚਰਜੀ ਹੈ। ਇਹਨਾਂ ਆਵਾਜ਼ਾਂ ਦਾ ਅੰਤ ਨਹੀਂ ਲੱਭਣਾ ਕਿਤੇ। ਤੇ ਜਦੋਂ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਤੇ ਆਪਣੀ ਬਾਣੀ ਵਿੱਚ ਸ਼ਬਦ ਪਾ ਦਿੰਦੇ ਨੇ, ਵਿਸਮਾਦ ਨਾਦ, ਵਿਸਮਾਦ ਵੇਦ। ਵੇਦ ਵੈਸੇ ਸ਼ਬਦ ਵਰਤਿਆ ਜਾਂਦਾ ਹੈ ਗਿਆਨ ਦੇ ਲਈ। ਇੱਕ ਤੇ 4 ਵੇਦ ਨੇ ਸਨਾਤਨੀ ਮੱਤ ਦੇ, ਜਿਹੜੇ ਪ੍ਰਮੁੱਖ ਗ੍ਰੰਥ ਮੰਨੇ ਗਏ ਨੇ। ਇੱਕ ਵੇਦ ਦੀ ਵਿਆਖਿਆ ਵਿਦਵਾਨ ਕਰਦੇ ਨੇ, ਜਦੋਂ ਕੋਈ ਸਿਆਣਾ ਮਨੁੱਖ ਕਿਸੇ ਨੂੰ ਕੋਈ ਗਿਆਨ ਦਿੰਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖ ਤੋਂ ਸਾਨੂੰ ਬਾਣੀ ਗਿਆਨ ਦਿੱਤਾ ਹੈ, ਇਹ ਗੁਰੂ ਨਾਨਕ ਸਾਹਿਬ ਜੀਓ ਦਾ ਗਿਆਨ ਵੀ ਸਾਡੇ ਲਈ ਵੇਦਵਤ ਹੈ। ਕਿਉਂਕਿ ਜਿਹੜਾ ਮਨੁੱਖ ਗਿਆਨ ਦਿੰਦਾ ਉਹ ਵੇਦੀ ਮੰਨਿਆ ਜਾਂਦਾ ਹੈ। ਤੇ ਜਿੰਨਾ ਕੁ ਗਿਆਨ ਉਹਦੇ ਤੋਂ ਆਉਂਦਾ ਹੈ, ਉਹ ਫਿਰ ਬਾਕੀ ਦੇ ਮਨੁੱਖਾਂ ਦੇ ਲਈ ਸੇਧ ਬਣਦਾ ਹੈ, ਕਿਉਂਕਿ ਉਹ ਗਿਆਨ ਸਾਡੇ ਲਈ ਜੀਵਨ ਦਾ ਆਧਾਰ ਬਣਦਾ ਹੈ। ਹੁਣ ਗਿਆਨ ਸਾਰਾ ਪ੍ਰਮਾਤਮਾ ਦਾ ਹੈ। ਕਿਸੇ ਕੋਲ ਏਡੀ ਬੁੱਧੀ ਨਹੀਂ ਵੀ ਪ੍ਰਮਾਤਮਾ ਤੋਂ ਹਟ ਕੇ ਕੋਈ ਦਾਅਵਾ ਕਰੇ ਵੀ ਇਹ ਮੈਂ ਉਚਾਰਨ ਕੀਤਾ ਜਾਂ ਮੇਰਾ ਗਿਆਨ ਹੈ। ਇੱਥੋਂ ਤੱਕ ਵੱਡੇ ਵੱਡੇ ਪੀਰ, ਪੈਗੰਬਰ, ਦੇਵਤੇ, ਗੁਰੂ, ਅਵਤਾਰ, ਉਹਨਾਂ ਵੀ ਇੰਨੇ ਮਹਾਨ ਗ੍ਰੰਥ ਉਚਾਰਨ ਕੀਤੇ, ਅਖੀਰ ਉਹਨਾਂ ਵੀ ਕਿਹਾ ਵੀ ਇਹ ਗਿਆਨ ਸਾਰਾ ਅਕਾਲ ਪੁਰਖ ਪ੍ਰਮਾਤਮਾ ਦਾ ਹੈ, ਸਾਡਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਅੰਮ੍ਰਿਤ ਬਾਣੀ ਮਹਾਰਾਜ ਨੇ ਇੰਨਾ ਸਮਾਂ ਲਾ ਕੇ ਲਿਖੀ ਹੈ। ਇਹਦੇ ਵਿੱਚ ਵੀ ਸ਼ਬਦ ਪਾਏ ਗਏ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਜਾਂ ਧੁਰ ਕੀ ਬਾਣੀ ਆਈ। ਇਹ ਸਭ ਗਿਆਨ ਪ੍ਰਮਾਤਮਾ ਦਾ ਹੈ। ਲੇਕਿਨ ਗੁਰੂ ਨਾਨਕ ਸਾਹਿਬ ਇੱਥੇ ਵੀ ਵਿਚਾਰ ਸਾਡੇ ਸਨਮੁਖ ਰੱਖਦੇ ਨੇ ਵੀ ਜਿੰਨਾ ਵੀ ਗਿਆਨ ਹੈ, ਪਹਿਲੀ ਗੱਲ ਤੇ ਇਹਦਾ ਕੋਈ ਅੰਤ ਨਹੀਂ ਹੈ। ਦੂਜੀ ਗੱਲ, ਕਿੰਨਾ ਕਿੰਨਾ ਘਟਾਂ ਤੋਂ ਕਿਸ ਢੰਗ ਨਾਲ ਆ ਰਿਹਾ ਤੇ ਕਿਵੇਂ ਇਹ ਹੈ। ਜੇਕਰ ਕੋਈ ਇਸ ਵਿਸ਼ੇ ਤੇ ਵਿਚਾਰ ਕਰੇ ਨਾ, ਤੇ ਸੁਰਤ ਅਖੀਰ ਤੇ ਵੀ ਸਮਾਧ 'ਚ ਜਾ ਕੇ ਖੜੇਗੀ, ਕਿਉਂਕਿ ਪਤਾ ਨਹੀਂ ਹੈ ਸਾਰਾ ਪ੍ਰਮਾਤਮਾ ਦਾ। ਲੇਕਿਨ ਪ੍ਰਗਟ ਕਿਵੇਂ ਹੋਇਆ, ਕਿਵੇਂ ਆਇਆ, ਇਹ ਗੱਲ ਇੱਥੇ ਹੀ ਆ ਕੇ ਰੁਕ ਜਾਂਦੀ ਹੈ। ਤੂੰ ਅਚਰਜ ਕੁਦਰਤ ਤੇਰੀ ਵਿਸਮਾ, ਨਹੀਂ ਜਾਣਿਆ ਜਾ ਸਕਦਾ। ਇਹ 2 ਬਚਨ ਅਸੀਂ ਲਏ ਨੇ ਗੁਰੂ ਨਾਨਕ ਸਾਹਿਬ ਜੀ ਕਿ ਵਿਸਮਾਦ ਨਾਦ, ਵਿਸਮਾਦ ਵੇਦ, ਤੇ ਅੱਗੇ ਬਾਬਾ ਜੀ ਕਹਿੰਦੇ ਨੇ ਵਿਸਮਾਦ ਜੀ, ਵਿਸਮਾਦ ਭੇਦ। ਕਿਉਂਕਿ ਇਹ ਸਾਰੀ ਸਾਰੇ ਸ਼ਲੋਕ ਦੇ ਜਿਹੜੇ ਬੋਲ ਨੇ ਨਾ, ਸਾਰੇ ਵਿਸਮਾਦ ਨਾਲ ਹੀ ਸੰਬੰਧਿਤ ਨੇ, ਤੇ ਸਾਰੀ ਕਾਇਨਾਤ ਦੀ ਇੱਕ ਕਿਸਮ ਦੀ ਗੱਲ ਕੀਤੀ ਗਈ ਹੈ। ਵਿਸਮਾਦ ਜੀ। ਹੁਣ ਜੀ ਤੋਂ ਆ ਸਾਡੇ ਵਰਗੇ ਜਿੰਨੇ ਵੀ ਜੀਵ ਨੇ ਇਸ ਧਰਤੀ ਦੇ ਉੱਪਰ, ਭਾਵੇਂ ਅਸੀਂ ਮਨੁੱਖ ਹਾਂ, ਕੁਛ ਇੱਥੇ ਪਸ਼ੂ ਜੂਨੀਆਂ ਨੇ, ਕੁਝ ਪੰਛੀ ਨੇ,
ਕੀਟ ਨੇ, ਪਤੰਗ ਨੇ, ਇੱਥੋਂ ਤੱਕ ਵੀ ਬਹੁਤ ਸਾਰੇ ਸੂਖਸ਼ਮ ਜੀਵ ਵੀ ਉਸ ਪ੍ਰਮਾਤਮਾ ਦੀ ਕੁਦਰਤ ਦੇ ਵਿੱਚ ਹੈ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਇਹਨਾਂ ਅੱਖਾਂ ਨਾਲ ਭਾਵੇਂ ਵੇਖ ਨਹੀਂ ਸਕਦੇ, ਲੇਕਿਨ ਜਦੋਂ ਯਤਨ ਕਰੀਏ ਮਸ਼ੀਨੀਕਰਨ ਦੇ ਨਾਲ, ਮੈਗਨੀਫਿਕੇਸ਼ਨ ਦੇ ਨਾਲ, ਉਦੋਂ ਸਾਨੂੰ ਦਿਸ ਪੈਂਦੇ ਨੇ। ਫਿਰ ਉਹ ਜੀ ਕਿੰਨੇ ਨੇ? ਨਿਸ਼ਚਿਤ ਗਿਣਤੀ ਕਿਸੇ ਕੋਲ ਨਹੀਂ ਹੈ। ਫਿਰ ਇੱਕ ਜੂਨ ਦੇ ਅੰਦਰ ਕਿੰਨੀ ਗਿਣਤੀ, ਮੰਨ ਲਓ ਜੇ ਅਸੀਂ ਮਨੁੱਖਾਂ ਤੇ ਸਾਡੀ ਗਿਣਤੀ ਕਿੰਨੀ ਹੈ, ਜੇ ਇਸ ਧਰਤੀ ਤੇ ਕੋਈ ਪਸ਼ੂ ਹੈ ਤੇ ਉਹਨਾਂ ਪਸ਼ੂਆਂ ਦੀ ਗਿਣਤੀ ਕਿੰਨੀ ਹੈ, ਫਿਰ ਇੱਕ ਪਸ਼ੂ ਕਿੰਨੇ ਵੰਨਿਆਂ ਦਾ ਹੈ। ਜੇ ਇਸ ਪਾਸੇ ਵੱਲ ਨੂੰ ਵਿਚਾਰ ਲੈ ਕੇ ਜਾਈਏ ਨਾ, ਤੇ ਅੰਤ ਹੈ ਕੋਈ ਨਹੀਂ। ਕੋਈ ਨਹੀਂ ਕਹਿ ਸਕਦਾ ਦਾਅਵਾ ਕਰਕੇ ਵੀ ਨਿਸ਼ਚਿਤ ਇੰਨੇ ਮਨੁੱਖ ਨੇ ਸੰਸਾਰ 'ਚ, ਇੰਨੇ ਆਹ ਪਸ਼ੂ ਨੇ, ਇੰਨੇ ਆਹ ਪਸ਼ੂ ਨੇ। ਚਲੋ ਜੇ ਕਿਤੇ ਮਨੁੱਖਾ ਸੁਰਤ ਜ਼ੋਰ ਲਾਏਗੀ ਤੇ ਮੇਰਾ ਖਿਆਲ ਹੈ ਜੋ ਕੁਝ ਪਰਮਾਤਮਾ ਨੇ ਇਸ ਧਰਤੀ ਦੇ ਵਿੱਚ ਪੈਦਾ ਕੀਤਾ, ਜਿਵੇਂ ਕੀੜੇ ਨੇ, ਮਕੌੜੇ ਨੇ, ਕੋਈ ਗਿਣਤੀ ਹੈ ਨਹੀਂ ਉਹਨਾਂ ਦੀ। ਕੋਈ ਐਸਾ ਯੰਤਰ ਨਹੀਂ ਵੀ ਕੋਈ ਗਿਣ ਕੇ ਦੱਸੇ ਵੀ ਇੱਕ ਖੁੱਡ ਦੇ ਵਿੱਚ ਕਿੰਨੇ ਕੀੜੇ ਰਹਿ ਰਹੇ ਨੇ, ਕਿੰਨੇ ਪਤੰਗੇ ਹਵਾ ਦੇ ਵਿੱਚ ਉੱਡ ਰਹੇ ਨੇ, ਕਿੰਨੇ ਸੂਖਸ਼ਮ ਜੀਵ ਸਾਡੀ ਇਸ ਪ੍ਰਕਿਰਤੀ ਦੇ ਵਿੱਚ ਨੱਚ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਸ ਇੱਥੇ ਆ ਕੇ ਇੱਕ ਹੀ ਗੱਲ ਬਚਦੀ ਹੈ, ਵਿਸਮਾਦ। ਵਿਸਮਾਦ ਕੀ ਹੈ? ਕਿ ਪ੍ਰਮਾਤਮਾ ਅਸੀਂ ਤੇਰੀ ਰਚਨਾ ਨੂੰ ਨਹੀਂ ਬੁੱਝ ਸਕਦੇ, ਸਾਡੇ ਕੋਲ ਤਾਕਤ ਨਹੀਂ ਹੈ, ਸਾਡੀ ਏਡੀ ਮੱਤ, ਏਡਾ ਗਿਆਨ ਸਾਡੇ ਪਾਸ ਨਹੀਂ ਹੈ। ਤੇ ਇਸ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਇਉਂ ਕਹਿ ਲਈਏ ਵੀ ਅਟੱਲ ਸੱਚਾਈ ਹੈ, ਕਿਸੇ ਮਨੁੱਖ ਕੋਲ ਵੀ ਇਹ ਸਮਰੱਥਾ ਨਹੀਂ ਹੈ। ਵੱਡੇ ਤੋਂ ਵੱਡੇ ਮਨੁੱਖ, ਵੱਡੇ ਤੋਂ ਵੱਡੀ ਸ੍ਰੇਸ਼ਟ ਬੁੱਧੀ ਵਾਲੇ ਕੋਲ ਵੀ ਇਹ ਤਾਕਤ ਨਹੀਂ ਮਿਲ ਸਕਦੀ ਉਹਨੂੰ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਿਸਮਾਦ ਜੀ, ਵਿਸਮਾਦ ਭੇਦ। ਇੱਕ ਜੀਵ ਦੇ ਅੰਦਰ ਕਿਤਨੇ ਭੇਦ ਨੇ ਜੀ, ਕਦੇ ਬਰੀਕੀ ਨਾਲ ਵਿਚਾਰ ਕਰਕੇ ਦੇਖਿਓ। ਅਸੀਂ ਮਨੁੱਖ ਹਾਂ, ਸਾਡੇ ਸਾਰਿਆਂ ਦੇ ਸਰੀਰ ਵੱਖਰੇ ਵੱਖਰੇ ਨੇ। ਇਸ ਸਰੀਰ ਦੇ ਅੰਦਰ ਚੱਲਣ ਵਾਲਾ ਸਾਰਿਆਂ ਦਾ ਖੂਨ ਵੱਖਰਾ ਵੱਖਰਾ ਹੈ। ਉਸ ਖੂਨ ਦੇ ਵਿੱਚ ਸਾਰਿਆਂ ਦੇ ਸੈੱਲ ਵੱਖਰੇ ਵੱਖਰੇ ਨੇ। ਅੰਦਰੂਨੀ ਪੱਧਰ ਤੇ ਜੋ ਕੁਝ ਇਸ ਮਨੁੱਖ ਦੇ ਅੰਦਰ ਚੱਲ ਰਿਹਾ, ਇੱਕ ਤੋਂ ਦੂਜੇ ਮਨੁੱਖ ਨਾਲ ਨਹੀਂ ਰਲਦਾ। ਇਸੇ ਤਰ੍ਹਾਂ ਹੀ ਇਸ ਕਾਇਨਾਤ ਦੇ ਵਿੱਚ ਜਿਤਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਅੱਜ ਵਿਗਿਆਨੀ ਆਫਟਰ ਰਿਸਰਚ ਇਹ ਗੱਲ ਦਾਅਵਾ ਕਰ ਰਹੇ ਨੇ ਵੀ ਇੱਕ ਵਰਗਾ ਦੂਜਾ ਨਹੀਂ ਬਣਾਇਆ ਗਿਆ, ਹੈ ਨਹੀਂ ਹੈ। ਇਹਨਾਂ ਸਾਰਿਆਂ ਦੇ ਭੇਦ ਅਲੱਗ ਨੇ, ਵੱਖਰੇ ਨੇ। ਤੇ ਗੁਰੂ ਨਾਨਕ ਸਾਹਿਬ ਆਪਣੇ ਵਿਗਿਆਨ ਨਾਲ ਇਹ ਸਭ ਕੁਝ ਪਹਿਲੇ ਸਿੱਧ ਕਰ ਗਿਆ। ਹਾਲਾਂਕਿ ਸਾਇੰਸ ਤੇ ਹੁਣ ਖੋਜ ਰਹੀ ਹੈ ਨਾ, ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਇਹ ਗੱਲ ਵਿਖਿਆਨ ਕਰ ਦਿੱਤੀ ਹੈ ਵੀ ਇਹ ਸਭ ਕੁਝ ਪਰਮਾਤਮਾ ਦੀ ਵਿਸਮਾਦ, ਹੈਰਾਨ ਕਰਨ ਵਾਲੀ ਰਚਨਾ ਹੈ। ਭੇਦ ਕਿਸੇ ਦਾ ਕੋਈ ਨਹੀਂ ਜਾਣ ਸਕਦਾ। ਵਿਸਮਾਦ ਜੀ, ਵਿਸਮਾਦ ਭੇਦ। ਅੱਗੇ ਮਹਾਰਾਜ ਕਹਿੰਦੇ ਨੇ ਵਿਸਮਾਦ ਰੂਪ, ਵਿਸਮਾਦ ਰੰਗ। ਇੱਕ ਰੂਪ ਰਲਦਾ ਕਿਸੇ ਦਾ ਕਿਸੇ ਨਾਲ। ਫਿਰ ਗੱਲ ਉੱਥੇ ਹੀ ਆਉਂਦੀ ਹੈ, ਅਸੀਂ ਮਨੁੱਖਾਂ ਦੀ ਗੱਲ ਕਰਾਂਗੇ ਤੇ ਸਾਡਾ ਇੱਕ ਵਰਗਾ ਦੂਜਾ, ਇਕਤ ਰੂਪ ਫਿਰਿਆ ਪਰਛੰਨਾ ਕੋਈ ਨਾ ਕਿਸੀ ਜਿਹਾ। ਹੈ ਸਾਰੇ ਅਸੀਂ ਪਰਮਾਤਮਾ ਦੇ ਰੂਪ ਹਾਂ, ਲੇਕਿਨ ਇੱਕ ਦੇ ਨਾਲ ਦੂਜਾ ਜਮਾ ਨਹੀਂ ਰਲਦਾ, ਬਿਲਕੁਲ ਨਹੀਂ ਰਲਦਾ। ਭਾਵੇਂ ਅਸੀਂ ਕਈ ਵਾਰ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਮੁਹਾਂਦਰਾ ਸਾਡੇ ਨਾਲ ਰਲਦਾ, ਲੇਕਿਨ ਗਲਤ ਹੈ, ਰਲਦਾ ਨਹੀਂ ਹੈ। ਜੇ ਚਲੋ ਥੋੜ੍ਹਾ ਬਹੁਤ ਰਲ ਵੀ ਜਾਏਗਾ, ਫਿਰ ਆਵਾਜ਼ ਵਿੱਚ ਭੇਦ ਹੋਏਗਾ, ਹੋਰ ਚੱਕਰ ਚਿੰਨ੍ਹ ਵੱਖਰੇ ਵੱਖਰੇ ਹੋਣਗੇ, ਰਲਦਾ ਨਹੀਂ ਹੈ। ਕਿਉਂ? ਕਿਉਂਕਿ ਉਸ ਪਰਮਾਤਮਾ ਨੇ ਆਪਣੀ ਕਾਇਨਾਤ ਵਿੱਚ ਜਿਹੜੀ ਸ਼ੈ ਇੱਕ ਵਾਰ ਬਣਾਈ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੂਜੀ ਵਾਰ ਉਹਨੇ ਉਹ ਸਾਂਚਾ ਵਰਤਿਆ ਹੀ ਨਹੀਂ। ਦੂਜੀ ਵਾਰ ਉਹਨੇ ਉਹ ਵੈਸੀ ਚੀਜ਼ ਬਣਾਈ ਨਹੀਂ, ਉਹਨੇ ਅਗਲੀ ਵਾਰ ਉਸ ਤੋਂ ਹਟ ਕੇ ਕੁਝ ਨਵਾਂ ਹੀ ਬਣਾਇਆ। ਇਸੇ ਲਈ ਬਾਬਾ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਵੀ ਬਚਨ ਲਿਖ ਦਿੱਤੇ, ਸਾਹਿਬ ਮੇਰਾ ਨਿਤ ਨਵਾਂ, ਸਦਾ ਸਦਾ ਦਾ ਤਾਰ। ਉਹਨੇ ਇੱਕ ਤੋਂ ਬਾਅਦ ਜਿਹੜੀ ਦੂਸਰੀ ਕੋਈ ਵੀ ਸ਼ੈ, ਭਾਵੇਂ ਉਹ ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਜਾਂ ਸਮੁੱਚੀ ਕਾਇਨਾਤ ਦਾ ਕੋਈ ਖੰਡ ਬ੍ਰਹਿਮੰਡ ਹਿੱਸਾ ਹੈ, ਉਹਨੇ ਹਰ ਵਾਰ ਨਵਾਂ ਹੀ ਤਿਆਰਿਆ, ਨਵਾਂ ਹੀ ਸਿਰਜਿਆ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਵੀ ਵਿਸਮਾਦ ਵਾਲੀ ਗੱਲ ਹੀ ਹੈ, ਬੁੱਝ ਨਹੀਂ ਸਕਦਾ ਕੋਈ। ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਤੇ ਵੇਖੋ ਸ੍ਰਿਸ਼ਟੀ 'ਚ ਨਿਗਾਹ ਮਾਰ ਕੇ, ਵਿਸਮਾਦ ਨਾਗੇ ਫਿਰੇ ਜੰਤ। ਵਿਸਮਾਦ ਨਾਗੇ ਫਿਰੇ ਜੰਤ। ਕਿੰਨੇ ਜੀਵ ਐਸੇ ਨੇ। ਚਲੋ ਅਸੀਂ ਮਨੁੱਖ, ਅਸੀਂ ਆਪਣਾ ਤਨ ਢੱਕ ਲਿਆ, ਹੋਰ ਕਿਹੜੀ ਜੂਨ ਐਸੀ ਹੈ ਜਿਹਨੇ ਆਪਣੇ ਤਨ ਤੇ ਵਸਤਰ ਪਾਏ ਨੇ? ਕੋਈ ਇੱਕ ਆਧ ਜੂਨ ਦੀ ਗੱਲ ਦੱਸੋ। ਚਲੋ ਕੁਦਰਤੀ ਤੌਰ ਤੇ ਕਿਸੇ ਜੂਨ ਨੂੰ ਕੋਈ ਰਹਿਤ ਮਿਲੀ ਹੈ। ਮੰਨ ਲਓ ਪਰਿੰਦੇ ਆਕਾਸ਼ ਵਿੱਚ ਉੱਡ ਰਹੇ ਨੇ, ਪਰਮਾਤਮਾ ਨੇ ਉਹਨੂੰ ਖੰਭ ਦੇ ਦਿੱਤੇ ਨੇ, ਬਾਕੀ ਬਸਤਰ ਤੇ ਨਹੀਂ ਨਾ ਪਾਏ ਉਹਨੇ।
ਇਹ ਵੀ ਹੈਰਾਨ ਕਰਨ ਜਿਸ ਜਿਸ ਵਕਤ ਅਸੀਂ ਸੋਚਾਂਗੇ ਨਾ, ਇੱਥੋਂ ਤੱਕ ਵਿਚਾਰ ਨੂੰ ਲੈ ਕੇ ਜਾਵਾਂਗੇ ਤੇ ਸੱਚਮੁੱਚ ਅੱਗੇ ਹੱਦ ਬੰਨਾ ਨਹੀਂ ਲੱਭਣਾ। ਮਨੁੱਖ ਆਪਣੇ ਆਪ ਵਿਸਮਾਦਿਤ ਹੋ ਕੇ ਟਿਕ ਜਾਏਗਾ ਤੇ ਇੱਕ ਹੀ ਸ਼ਬਦ ਫਿਰ ਮੁਖ ਤੋਂ ਨਿਕਲੇਗਾ, ਵਾਹ। ਇਹ ਅਖੀਰ ਤੇ ਇੱਥੇ ਆ ਕੇ ਗੱਲ ਮੁੱਕਣੀ ਹੈ ਜੀ, ਕਿਉਂਕਿ ਤੁਸੀਂ ਕਿਸੇ ਵੀ ਪੱਖ ਤੇ ਪ੍ਰਮਾਤਮਾ ਦੀ ਕਾਇਨਾਤ ਵਿੱਚ ਨਜ਼ਰ ਮਾਰੋਗੇ, ਆਪਣੇ ਗਿਆਨ ਨਾਲ ਕੁਝ ਵੀ ਲੱਭਣ ਦਾ ਯਤਨ ਕਰੋਗੇ, ਅਖੀਰ ਤੇ ਇੱਥੇ ਆ ਕੇ ਗੱਲ ਮੁੱਕ ਜਾਣੀ ਹੈ, ਵਾਹ ਬਣਾਉਣ ਵਾਲੇ ਤੇਰੇ ਤੋਂ ਕੁਰਬਾਨ। ਇਸ ਨੂੰ ਵੀ ਵਾਹਿਗੁਰੂ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਵਾਹ ਦਾ ਵੈਸੇ ਅਖਰੀ ਅਰਥ ਵੀ ਵਿਦਵਾਨਾਂ ਨੇ ਅਸਚਰਜੀ ਕੀਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜਦੋਂ ਕਿਤੇ ਗੁਰਮੰਤਰ ਦੀ ਵਿਆਖਿਆ ਕੀਤੀ ਨਾ, ਉਹਨਾਂ ਨੇ ਵਾਹ ਸ਼ਬਦ ਦੀ ਵਿਆਖਿਆ ਅਸਚਰਜਤਾ ਨਾਲ ਹੀ ਕੀਤੀ ਹੈ, ਵੀ ਜਿਸ ਨੂੰ ਜਾਣ ਕੇ ਮਨੁੱਖ ਹੈਰਾਨ ਹੋ ਜਾਏ, ਜਿਸ ਨੂੰ ਜਾਣ ਕੇ ਸੁਰਤ ਕਿਤੇ ਅਗੰਮੀ ਅਵਸਥਾ ਵਿੱਚ ਚਲੀ ਜਾਵੇ, ਉਹ ਸਾਡੇ ਲਈ ਵਾਹ ਹੀ ਹੈ। ਉਹਦੇ ਨਾਲ ਗੁਰੂ ਸ਼ਬਦ ਜੋੜਿਆ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਅਚਰਜ ਹੈ, ਕੁਦਰਤ ਉਹਦੀ ਵਿਸਮਾਦਤ ਹੈ। ਵਿਸਮਾਦ ਨਾ ਅੱਗੇ ਫਿਰੇ ਜੰਤ। ਅੱਗੇ ਮਹਾਰਾਜ ਨੇ ਕੁਦਰਤੀ ਤੱਤਾਂ ਦੀ ਵੀ ਗੱਲ ਕੀਤੀ, ਇਕੱਲਾ ਮਨੁੱਖ ਜਾਂ ਪ੍ਰਕਿਰਤੀ ਦੇ ਆਕਾਰਾਂ ਦੀ ਗੱਲ ਨਹੀਂ, ਜਿਹਦੇ ਤੋਂ ਇਹ ਸਾਰੀ ਕੁਦਰਤ ਬਣੀ ਹੈ। ਜਿਵੇਂ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਬਾਣੀ ਪੜ੍ਹੀਏ ਤੇ ਸਾਨੂੰ ਦੱਸਦੇ ਨੇ ਮਹਾਰਾਜ ਵੀ ਪੰਜ ਤੱਤਾਂ ਦਾ ਇਹ ਸਾਰਾ ਖਿਲਾਰਾ ਹੈ। ਪੰਜ ਤੱਤਾਂ ਦੇ ਵਿੱਚ ਇੱਕ ਆਕਾਸ਼ ਹੈ, ਹਵਾ ਹੈ, ਪਾਣੀ ਹੈ, ਮਿੱਟੀ ਹੈ ਤੇ ਅੱਗ ਹੈ। ਇਹ ਪੰਜ ਤੱਤ ਗੁਰੂ ਰਾਮਦਾਸ ਜੀ ਕੀ ਬਾਣੀ ਦਾ ਵੀ ਬੋਲ ਹੈ। ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਤੁਧ ਪਾਂਚ ਤੱਤ ਕਰ ਸ੍ਰਿਸ਼ਟ ਸਭ ਸਾਜੀ। ਇਹ ਪੰਜ ਤੱਤਾਂ ਦੀ ਸਾਰੀ ਸ੍ਰਿਸ਼ਟੀ ਬਣੀ ਹੈ। ਆਕਾਸ਼, ਉਸ ਤੋਂ ਬਾਅਦ ਹਵਾ, ਪਾਣੀ, ਮਿੱਟੀ ਤੇ ਅੱਗ। ਤੇ ਪੰਜਾਂ ਦੀ ਸਰੰਚਨਾ, ਪੰਜਾਂ ਦੇ ਸੁਮੇਲ ਤੋਂ ਹੀ ਅੱਗੇ ਹਰ ਰਚਨਾ ਰਚੀ ਜਾਂਦੀ ਹੈ। ਆ ਸਾਡਾ ਸਰੀਰ ਵੀ ਪੰਜ ਤੱਤਾਂ ਦਾ। ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹਿ ਮਹਿਮਾਨ। ਪਰੰਤੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਣ ਇਹਨਾਂ ਤੱਤਾਂ ਤੇ ਨਿਗਾਹ ਮਾਰੋ। ਇਹਨਾਂ ਪੰਜਾਂ ਤੱਤਾਂ ਚੋਂ ਇੱਕ ਤੱਤ ਹੈ ਹਵਾ। ਹਵਾ, ਹਾਲਾਂਕਿ ਇਹ ਬੜਾ ਸੂਖਸ਼ਮ ਤੱਤ ਹੈ, ਕਿਉਂਕਿ ਤੱਤ ਸਾਰੇ ਸੂਖਸ਼ਮ ਨੇ ਜੀ। ਹਵਾ ਐਸਾ ਸੂਖਸ਼ਮ ਤੱਤ ਹੈ ਵੀ ਅੱਜ ਤੱਕ ਅਸੀਂ ਹਵਾ ਨੂੰ ਵੇਖ ਨਹੀਂ ਸਕੇ, ਅਨੁਭਵ ਦੇ ਰਾਹੀਂ ਹਵਾ ਨੂੰ ਜਾਣਿਆ ਜਾਂਦਾ ਹੈ ਤੱਤ। ਇਹਦਾ ਗੁਣ ਹੈ ਸਪਰਸ਼। ਉਦੋਂ ਇਹ ਪਤਾ ਲੱਗਦਾ ਜਦੋਂ ਇਹ ਸਾਡੇ ਗਿਆਨ ਇੰਦਰੀ ਚਮੜੀ ਨੂੰ ਸਪਰਸ਼ ਕਰਦੀ ਹੈ ਤੇ ਅਸੀਂ ਕਹਿੰਦੇ ਹਾਂ ਸਾਨੂੰ ਹਵਾ ਲੱਗੀ ਹੈ। ਇਹਦਾ ਗੁਣ ਹੈ, ਕਿਉਂਕਿ ਜਿੰਨੇ ਵੀ ਤੱਤ ਨੇ ਨਾ ਪਰਮਾਤਮਾ ਦੀ ਕਾਇਨਾਤ ਵਿੱਚ, ਪਹਿਲੇ ਤੱਤ ਬਣੇ ਨੇ, ਤੱਤਾਂ ਤੋਂ ਅੱਗੇ ਉਹਨਾਂ ਦੇ ਪੰਜ ਗੁਣ ਨੇ, ਤੇ ਉਹਨਾਂ ਪੰਜਾਂ ਗੁਣਾਂ ਨੂੰ ਜਾਣਨ ਦੇ ਲਈ ਪਰਮਾਤਮਾ ਨੇ ਇਸ ਮਨੁੱਖ ਨੂੰ ਪੰਜ ਗਿਆਨ ਇੰਦਰੀ ਦਿੱਤੇ ਨੇ। ਇਹ ਬੜੀ ਵਿਸਮਾਦਿਤ ਰਚਨਾ ਹੈ। ਜਿਵੇਂ ਇੱਕ ਤੱਤ ਹੈ ਹਵਾ, ਹਵਾ ਦਾ ਗੁਣ ਹੈ ਸਪਰਸ਼, ਤੇ ਸਪਰਸ਼ ਗੁਣ ਨੂੰ ਜਾਣਨ ਦੇ ਲਈ ਜਿਹੜਾ ਸਾਡੇ ਪਾਸ ਗਿਆਨ ਇੰਦਰਾ ਹੈ ਉਹ ਹੈ ਸਾਡੀ ਸਕਿਨ, ਚਮੜੀ। ਇਸ ਲਈ ਜਦੋਂ ਹਵਾ ਚੱਲਦੀ ਹੈ, ਸਾਡੇ ਪਿੰਡੇ ਨੂੰ ਸਪਰਸ਼ ਹੁੰਦਾ ਤੇ ਅਸੀਂ ਕਹਿ ਦਿੰਦੇ ਹਾਂ ਵੀ ਹਵਾ ਚੱਲ ਰਹੀ ਹੈ, ਸੋਹਣੀ ਠੰਡੀ ਹਵਾ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਬਣਾਇਆ ਇੱਕ ਤੱਤ ਹੈ ਹਵਾ। ਤੇ ਕਦੇ ਇਸ ਤੱਤ ਵਿੱਚ ਝਾਤ ਮਾਰ ਕੇ ਵੇਖੋ, ਅੱਜ ਸਾਇੰਟੀਫਿਕਲੀ ਖੋਜ ਹੋ ਗਈ ਹੈ ਵੀ ਹਵਾ ਇੱਕ ਤਰ੍ਹਾਂ ਦੀ ਨਹੀਂ ਹੈ ਇਸ ਬ੍ਰਹਿਮੰਡ ਵਿੱਚ। ਇਹਦੀਆਂ ਬੜੀਆਂ ਕਿਸਮਾਂ ਨੇ, ਬੜੀਆਂ ਵੰਨੀਆਂ ਨੇ ਵੀ। ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਮਹਿਸੂਸ ਕੀਤੀ ਨਾ, ਜਦੋਂ ਉਹਨਾਂ ਨੇ ਇੱਥੋਂ ਤੱਕ ਸੁਰਤ ਨੂੰ ਟਿਕਾਇਆ, ਤੇ ਮਹਾਰਾਜ ਕਹਿੰਦੇ ਨੇ ਵਿਸਮਾਦ ਪਾਉਣ, ਵਿਸਮਾਦ ਪਾਣੀ। ਵਿਸਮਾਦ ਅਗਨ ਖੇਡੈ ਵਡਾਣੀ, ਇਹ ਵੀ ਨਾਲ ਹੀ ਕਹਿ ਦਿੱਤਾ ਬਾਬਾ ਜੀ। ਕਿਵੇਂ? ਅਸਚਰਜ ਹੈ ਜੀ। ਕਿੱਦਾਂ? ਵਿਸਮਾਦ ਹੈ ਪਾਉਣ। ਕਿਉਂਕਿ ਹਵਾ ਦੇ ਰਹੱਸ ਨੂੰ ਜੇਕਰ ਕੋਈ ਜਾਣਨ ਦਾ ਯਤਨ ਕਰਦਾ, ਅਖੀਰ ਉਹਦੇ ਕੋਲ ਵੀ ਨਹੀਂ ਜੇ ਹੈਗੀ। ਆ ਵੇਖੋ ਪ੍ਰਕਿਰਤੀ ਵਿੱਚ ਹਵਾ ਹੈ ਨਾ, ਇੱਕ ਹਵਾ ਹੋਵੇ ਜਿਹੜੀ ਸਾਡੇ ਅੰਦਰ ਜਾ ਰਹੀ ਹੈ, ਸਾਨੂੰ ਜੀਵਨ ਦੇ ਰਹੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਆਕਸੀਜਨ। ਹਾਈਡਰੋਜਨ ਪਲੱਸ ਪਾਣੀ, ਆਕਸੀਜਨ। ਉਹ ਹਵਾ ਦੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ। ਇੱਕ ਹਵਾ ਸਾਡੇ ਅੰਦਰੋਂ ਤਬਦੀਲ ਹੋ ਕੇ ਨਿਕਲ ਰਹੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਕਾਰਬਨ ਡਾਈਆਕਸਾਈਡ। ਹੈਗੀ ਉਹ ਵੀ ਹਵਾ ਹੈਗਾ, ਉਹ ਵੀ ਹਵਾ ਦੀ। ਇਦਾਂ ਕਰਕੇ ਹਵਾ ਦੀਆਂ ਬੇਅੰਤ ਕਿਸਮਾਂ ਨੇ। ਨਾਈਟ੍ਰੋਜਨ ਹੈ, ਹਾਈਡਰੋਜਨ ਹੈ, ਇਹਦਾ ਬਹੁਤ ਸਾਰੀਆਂ ਕਿਸਮਾਂ ਨੇ। ਫਿਰ ਠੰਡੀ ਹਵਾ ਹੈ, ਤੱਤੀ ਹਵਾ ਹੈ, ਕਈ ਤਰ੍ਹਾਂ ਦੀ ਹਵਾ ਹੈ, ਇੱਕ ਤਰ੍ਹਾਂ ਦੀ ਨਹੀਂ, ਅਣਗਿਣਤ ਤਰ੍ਹਾਂ ਦੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਇਸ ਪੱਖ ਤੇ ਪਰਮਾਤਮਾ ਦੀ ਕਾਇਨਾਤ ਵਿੱਚ ਉਹਦੇ ਤੱਤਾਂ ਤੇ ਝਾਤ ਮਾਰਾਂਗੇ ਨਾ,
ਤੇ ਇਹ ਕੁਝ ਵੀ ਸਾਨੂੰ ਵਿਸਮਾਦ ਵਿੱਚ ਹੀ ਲੈ ਕੇ ਜਾਏਗਾ, ਕਿਉਂਕਿ ਪਰਮਾਤਮਾ ਨੇ ਹਵਾ ਤੇ ਇੱਕ ਬਣਾਈ ਹੈ, ਪਰੰਤੂ ਉਹਦੇ ਵਿੱਚ ਕਿਸਮਾਂ ਦਾ ਪਤਾ ਹੀ ਨਹੀਂ ਕਿੰਨੇ ਕੁ ਤਰ੍ਹਾਂ ਦੀ ਚੱਲਦੀ ਪਈ ਹੈ। ਵੇਖੋ, ਇੱਕ ਹਵਾ ਮਨੁੱਖ ਦੇ ਅੰਦਰ ਜਾਂਦੀ ਹੈ, ਇਹਦੀ ਮੌਤ ਹੋ ਜਾਂਦੀ ਹੈ। ਇੱਕ ਹਵਾ ਡਾਕਟਰ ਪਾਉਂਦੇ ਨੇ ਤੇ ਮਰਦਾ ਮਨੁੱਖ ਵੀ ਜਿਉਂਦਾ ਹੋ ਜਾਂਦਾ ਹੈ। ਇੱਦਾਂ ਹੋਰ ਬੜੇ ਤਰ੍ਹਾਂ ਦੀ ਆਪਾਂ ਵੇਖ ਰਹੇ ਹਾਂ, ਕੁਝ ਗੈਸਾਂ ਨੇ, ਹੈ ਤੇ ਹਵਾ, ਲੇਕਿਨ ਵਰਤੋਂ ਵੇਖੋ। ਤੱਤੀ ਹਵਾ ਅਸੀਂ ਉਹਦੇ ਨਾਲ ਸਾਰਾ ਘਰ ਦਾ ਕਾਰਜ ਕਰ ਲੈਂਦੇ ਹਾਂ। ਠੰਡੀ ਹਵਾ ਸਾਡੇ ਹੋਰ ਕਈ ਕਾਰਜਾਂ ਵਿੱਚ ਕੰਮ ਆਉਂਦੀ ਹੈ ਸਾਰਾ ਹਵਾ ਦਾ ਪਸਾਰਾ, ਪੌਣ ਹੈ, ਲੇਕਿਨ ਇਹਦੇ ਵਿੱਚ ਵੀ ਬੜੀ ਵੱਡੀ ਵਿਸਮਾਦਤਾ ਹੈ। ਪਾਣੀ ਹੈ, ਵਿਸਮਾਦ ਪੌਣ, ਵਿਸਮਾਦ ਪਾਣੀ। ਹੁਣ ਪਾਣੀ ਵੇਖੋ, ਇਹੀ ਧਰਤੀ, ਇਹਨੂੰ ਇੱਕ ਥਾਂ ਤੋਂ ਪੱਟੋ ਪਾਣੀ ਹੋਰ ਕਿਸਮ ਦਾ, ਥੋੜਾ ਜਿਹਾ ਅੱਗੇ ਜਾ ਕੇ ਪੱਟੋ ਪਾਣੀ ਹੋਰ ਕਿਸਮ ਦਾ, ਉਸ ਤੋਂ ਅੱਗੇ ਪੱਟੋ ਪਾਣੀ ਹੋਰ ਕਿਸਮ ਦਾ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਵੀ ਇਹ ਗੱਲ ਸਪਸ਼ਟ ਕੀਤੀ ਹੈ। ਉਹ ਕਹਿੰਦੇ ਨੇ ਪਾਣੀ ਹਜ਼ਾਰਾਂ ਕਿਸਮਾਂ ਦੇ ਨੇ। ਕਾਹੂ ਕਾ ਜਲ ਪੀਏ ਦੇਹੀ ਅਰੋਗ ਹੋਤ, ਕਾਹੂ ਕਾ ਜਲ ਪੀਏ ਬਿਰਥਾ ਬਲ ਰਾਤ ਹੈ। ਤੁਸੀਂ ਕਿਤੋਂ ਦਾ ਪਾਣੀ ਪੀਵੋਗੇ ਰੋਗ ਵੀ ਨਿਵਰਤ ਹੋ ਜਾਂਦਾ, ਤੇ ਕਿਤੋਂ ਦਾ ਪਾਣੀ ਪੀਵੋਗੇ ਕਾਇਆ ਵੀ ਰੋਗੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਇੱਕ ਤਰ੍ਹਾਂ ਦਾ ਨਹੀਂ ਹੈ, ਇਹਦੀਆਂ ਵੀ ਹਜ਼ਾਰਾਂ ਕਿਸਮਾਂ ਨੇ। ਅੱਜ ਸਾਇੰਸ ਖੋਜ ਰਹੀ ਹੈ, ਸਭ ਕੁਝ ਉਹ ਸਿੱਧ ਕਰ ਰਹੇ ਨੇ। ਵੇਖੋ, ਇਹ ਧਰਤੀ ਦੇ ਵਿੱਚੋਂ ਪਾਣੀ ਨਿਕਲ ਰਿਹਾ, ਉਹਨੂੰ ਅਸੀਂ ਪੀ ਰਹੇ ਹਾਂ, ਸਾਡੀ ਸਿਹਤ ਲਈ ਲਾਹੇਵੰਦ ਹੈ। ਉੱਥੇ ਵਿਗਿਆਨ ਕਹਿ ਰਿਹਾ ਸਮੁੰਦਰ ਦਾ ਪਾਣੀ ਖਾ ਰਿਹਾ, ਜੇ ਕੋਈ ਪੀਏਗਾ ਤਾਂ ਥੋੜੇ ਦਿਨਾਂ ਦੇ ਵਿੱਚ ਸਾਰਾ ਖਾਤਮਾ ਕਰ ਦੇਗਾ। ਹੈ ਤੇ ਉਹ ਵੀ ਪਾਣੀ, ਇਹ ਵੀ ਪਾਣੀ ਹੈ। ਫਿਰ ਇੱਕ ਪਾਣੀ ਉਹ ਹੈ ਜਿਹੜਾ ਆਕਾਸ਼ ਤੋਂ ਵਰਦਾ, ਸਾਰੀ ਪ੍ਰਕਿਰਤੀ ਨੂੰ ਜੀਵਨ ਦੇ ਦਿੰਦਾ। ਇੱਕ ਪਾਣੀ ਉਹ ਜਿਹੜਾ ਧਰਤੀ ਤੇ ਤੁਰਦਾ, ਸਾਰਿਆਂ ਨੂੰ ਡੋਬ ਕੇ ਰੱਖ ਦਿੰਦਾ। ਬੜੀ ਵਿਸਮਾਦਿਤ ਖੇਡ ਹੈ ਇਸ ਦੀ। ਇਹਨੂੰ ਹੀ ਕਿਹਾ ਬਾਬਾ ਜੀ ਨੇ, ਕੁਦਰਤ ਤੇਰੀ ਵਿਸਮਾ, ਜੋ ਕੁਝ ਪ੍ਰਮਾਤਮਾ ਤੂੰ ਆਪਣੀ ਮੌਜ ਵਿੱਚ ਇੱਥੇ ਘੜਿਆ ਹੈ ਨਾ, ਸੱਚ ਹੈ ਵੀ ਉਹਦੇ ਵਿੱਚੋਂ ਕਿਸੇ ਇੱਕ ਦਾ ਭੇਦ ਵੀ ਅਸੀਂ ਨਹੀਂ ਬੁੱਝ ਸਕਦੇ। ਜੋ ਕੁਝ ਤੂਨੇ ਬਣਾਇਆ ਹੈ ਨਾ, ਅਕਾਲ ਪੁਰਖ ਪ੍ਰਮਾਤਮਾ, ਉਹਦੀ ਤੇਰੀ ਬਣਾਈ ਹੋਈ ਬਣਤਰ ਵਿੱਚੋਂ ਕਿਸੇ ਇੱਕ ਸ਼ੈ ਦੇ ਸੰਪੂਰਨ ਭੇਦ ਨੂੰ ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਸਾਡੇ ਪਾਸ ਮਤ ਨਹੀਂ ਹੈ। ਵਿਸਮਾਦ ਅਗਨ ਖੇਡੇ ਵਡਾਣੀ। ਆ ਵੇਖੋ, ਇਹ ਵੀ ਇੱਕ ਤੱਤ ਹੈ। ਅੱਗ ਹੈ, ਖੇਡਦੀ ਹੈ। ਕਿਵੇਂ ਖੇਡਦੀ ਹੈ? ਅਸੀਂ ਘਰ ਵਿੱਚ ਅੱਗ ਬਾਲਦੇ ਹਾਂ, ਸਾਡੀ ਪਾਕਸ਼ਾਲ ਸਿੱਧ ਹੁੰਦੀ ਹੈ, ਰਸੋਈ ਬਣਦੀ ਹੈ। ਤੇ ਇੱਕ ਅੱਗ ਹੈ, ਜਿਹੜਾ ਅਸੀਂ ਸਾਧਨ ਚਲਾਉਂਦੇ ਹਾਂ ਨਾ, ਵਹੀਕਲ ਚਲਾਉਂਦੇ ਹਾਂ, ਇਹਦੇ ਵਿੱਚ ਵੀ ਇੱਕ ਅੱਗ ਬਲਦੀ ਹੈ। ਇਹ ਇਸ ਏਡੇ ਭਾਰੇ ਲੋਹੇ ਨੂੰ ਗਤੀ ਦੇ ਰਹੀ ਹੈ। ਹੋਰ ਬੜੇ ਤਰੀਕਿਆਂ ਦੇ ਨਾਲ ਇਹਦੀ ਵਰਤੋਂ। ਬਾਬਾ ਜੀ ਕਹਿਣ ਲੱਗੇ, ਜਦੋਂ ਇਸ ਤੱਤ ਤੇ ਝਾਤ ਮਾਰਾਂਗੇ ਨਾ, ਇਹਦੇ ਵੱਲ ਨੂੰ ਸੁਰਤ ਕਰਾਂਗੇ, ਗਿਆਨ ਇਹਨੂੰ ਜਾਣਨ ਦਾ ਯਤਨ ਕਰਾਂਗੇ, ਤੇ ਸੱਚਮੁੱਚ ਸੁਰਤ ਨੇ ਫੇਰ ਹੈਰਾਨ ਹੋਣਾ ਹੈ, ਕਿਉਂਕਿ ਇਹ ਤੱਤ ਵੀ ਕੋਈ ਹਜ਼ਾਰਾਂ ਤਰੀਕਿਆਂ ਦੇ ਨਾਲ ਆਪਣੀ ਖੇਡ ਪਾ ਰਿਹਾ ਇਸ ਧਰਤੀ ਤੇ। ਕਿਤੇ ਅੱਗ ਬਲ ਰਹੀ ਹੈ, ਸਭ ਕੁਝ ਸਾੜ ਰਹੀ ਹੈ, ਕਿਤੇ ਅੱਗ ਬਲ ਰਹੀ ਹੈ, ਜੀਵਨ ਵੀ ਦੇ ਰਹੀ ਹੈ। ਅਨੇਕਾਂ ਤਰੀਕਿਆਂ ਦੇ ਨਾਲ ਇਹ ਸਭ ਕੁਝ ਵਰਤ ਰਿਹਾ। ਬਾਬਾ ਜੀ ਨੇ ਸਭ ਕੁਝ ਜਦੋਂ ਜਾਣਿਆ, ਮੁਕੰਮਲ ਤੌਰ ਤੇ ਤਾਂ ਨਹੀਂ ਕਿਹਾ ਵੀ ਮੈਂ ਸਾਰਾ ਗਿਆਨ ਇੱਥੇ ਰੱਖ ਦਿੱਤਾ, ਲੇਕਿਨ ਇੰਨਾ ਜ਼ਰੂਰ ਕਹਿ ਦਿੱਤਾ ਕਿ ਪ੍ਰਮਾਤਮਾ, ਤੇਰੀ ਰਚੀ ਹੋਈ ਰਚਨਾ ਦੇ ਵਿੱਚੋਂ ਤੇਰੀ ਬਣਾਈ ਕੁਦਰਤ ਦੇ ਕਿਸੇ ਵੀ ਹਿੱਸੇ ਦਾ ਭੇਦ ਪਾਉਣਾ ਸਾਡੇ ਲਈ ਕਠਿਨ ਹੈ। ਇਹ ਕਹਿ ਦਿੱਤਾ। ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ। ਇਸ ਵੇਲੇ ਸਭ ਕੁਝ ਵਰਤ ਰਿਹਾ। ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਰਹਾਉ ਕੀ ਤੁਕ ਵਿੱਚ ਗੁਰਦੇਵ ਕਹਿੰਦੇ ਨੇ, ਸੱਚਮੁੱਚ ਪ੍ਰਮਾਤਮਾ ਤੂੰ ਅਚਰਜ ਹੈ, ਤੈਨੂੰ ਨਹੀਂ ਬੁੱਝ ਸਕਦੇ ਅਸੀਂ। ਤੇ ਸਾਡੇ ਕੋਲ ਐਡੀ ਮੱਤ ਨਹੀਂ ਹੈ ਵੀ ਅਸੀਂ ਤੇਰੇ ਪੂਰੇ ਕਰਤਬਾਂ ਨੂੰ ਆਪਣੀ ਮੱਤ ਵਿੱਚ ਜਾਣ ਲਈਏ। ਮਹਾਰਾਜ, ਫਿਰ ਕਿੱਦਾਂ ਸਮਝ ਆਵੇ? ਤੇ ਸ਼ਬਦ ਦਾ ਅਖੀਰਲਾ ਪਦ ਪੜ੍ਹੀਏ ਨਾ, ਉਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਪ ਹੀ ਕਿਰਪਾ ਕੀਤੀ ਹੈ। ਗੁਰਦੇਵ ਕਹਿੰਦੇ ਨੇ, ਤੂੰ ਜਾਣਾ ਹੈ ਤਾਂ ਕੋਈ ਜਾਣਾ। ਹਾਂ, ਇਹ ਜਿੰਨਾ ਗਿਆਨ ਵੈਸੇ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਨੂੰ ਇਸ ਅੰਮ੍ਰਿਤ ਬਾਣੀ ਵਿੱਚ ਦਿੱਤਾ ਹੈ ਨਾ, ਨਾਲ ਬਾਬਾ ਜੀ ਨੇ ਇਹ ਵੀ ਗੱਲ ਕੀਤੀ ਹੈ ਵੀ ਇਹ ਜਿੰਨਾ ਮੈਂ ਬੋਲਿਆ ਹੈ, ਇਹ ਉਸ ਨੇ ਬੁਲਾਇਆ ਤੇ ਬੋਲਿਆ, ਨਹੀਂ ਤਾਂ ਮੇਰੇ ਕੋਲ ਸਮਰੱਥਾ ਨਹੀਂ ਸੀ। ਤੂੰ ਜਾਣਾ ਹੈ, ਇਹਦੇ ਭਾਵ ਅਰਥ ਨੇ, ਪ੍ਰਮਾਤਮਾ ਜੇ ਤੁਸੀਂ ਕਿਸੇ ਨੂੰ ਸਮਝ ਦਿੰਦੇ ਹੋ ਤੇ ਉਹ ਤੁਹਾਡੇ ਪਰਥਾਏ ਕੁਝ ਕਹਿ ਸਕਦਾ ਹੈ, ਵਰਨਾ ਇਸ ਸ੍ਰਿਸ਼ਟੀ ਵਿੱਚ ਕਿਸੇ ਮਨੁੱਖ ਕੋਲ ਇੰਨੀ ਸੱਤਿਆ ਨਹੀਂ ਵੀ ਉਹ ਬਿਨਾਂ ਕੁਝ ਜਾਣਿਆ ਤੁਹਾਡੇ ਪਰਥਾਏ ਕੁਝ ਕਹਿ ਸਕੇ। ਕਿਉਂਕਿ ਤੁਸੀਂ ਇੰਨੇ ਵੱਡੇ ਹੋ, ਤੁਹਾਡੀ ਰਚਨਾ ਇੰਨੀ ਮਹਾਨ ਹੈ, ਤੁਹਾਡੇ ਕੌਤਕ, ਤੁਹਾਡੇ ਕਰਤੱਵ ਇੰਨੇ ਵੱਡੇ ਨੇ ਕਿ ਕਿਸੇ ਮਨੁੱਖ ਦੀ ਸੁਰਤ ਅੰਦਰ ਐਡਾ ਗਿਆਨ ਨਹੀਂ, ਕਿਸੇ ਕੋਲ ਇੰਨੀ ਸਾਵਧਾਨਤਾ ਨਹੀਂ ਵੀ ਉਹ ਤੁਹਾਡੇ ਕੌਤਕਾਂ ਨੂੰ ਬਿਆਨ ਕਰ ਸਕੇ। ਤੂੰ ਜਾਣਾ ਹੈ ਤਾਂ ਕੋਈ ਜਾਣਾ, ਤੇਰਾ ਦੀਆ ਨਾਮ ਵਖਾਣਾ। ਫਿਰ ਜਿੰਨਾ ਕੋਈ ਵਿਖਿਆਨ ਕਰਦਾ ਨਾ ਗੁਰਮੁਖੋ,
ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਆਪਣੀ ਮੌਜ ਹੈ, ਕਿਉਂਕਿ ਉੱਦਾਂ ਕੋਈ ਨਹੀਂ ਕਰ ਸਕਦਾ। ਜਿਹਨੂੰ ਉਹ ਆਪ ਜਣਾਉਂਦਾ ਹੈ, ਜਿੰਨਾ ਕੁ ਉਹ ਆਪ ਆਪਣਾ ਗਿਆਨ ਕਿਸੇ ਨੂੰ ਬਖਸ਼ਦਾ ਹੈ, ਉੱਥੋਂ ਤੱਕ ਹੀ ਉਹ ਮਨੁੱਖ ਬਿਆਨ ਕਰ ਸਕਦਾ ਹੈ। ਪੁਰਾਣਿਕ ਹਵਾਲਿਆਂ ਦੇ ਅੰਦਰ ਨਾ ਇੱਕ ਸਾਖੀ ਹੈ, ਤੇ ਉਹਦੇ ਕੁਝ ਪ੍ਰਮਾਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਇਹ ਸਮਰਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਰੱਖੇ ਨੇ। ਹੈ ਉਹ ਵਿਦਾਂਤ ਦਾ ਇੱਕ ਹਵਾਲਾ, ਉਹਦੇ ਪ੍ਰਮਾਣ ਗੁਰਬਾਣੀ ਵਿੱਚ ਹੈ ਨੇ। ਜਿਵੇਂ ਅਸੀਂ ਇਹ ਪੜ੍ਹਦੇ ਹਾਂ ਵੀ ਗੁਰਬਾਣੀ ਵਿੱਚ ਮਹਾਰਾਜ ਨੇ ਲਿਖਿਆ ਵੀ ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਇਸ ਧਰਤੀ ਤੇ ਜਿਹੜਾ ਮਨੁੱਖ ਬਣਾਇਆ, ਉਹਦਾ ਨਾਮ ਬ੍ਰਹਮਾ ਦਿੱਤਾ ਗਿਆ। ਹੈ ਤੇ ਉਹ ਵੀ ਸਾਡੇ ਵਰਗਾ ਇੱਕ ਮਨੁੱਖ ਸੀ, ਵੱਖਰਾ ਨਾ ਸਮਝਣਾ, ਹੈਗਾ ਉਹ ਵੀ ਸਾਡੇ ਵਰਗਾ ਹੀ ਸੀ, ਪਰੰਤੂ ਉਸ ਦਾ ਕੋਈ ਹੋਰ ਨਾਮ ਨਹੀਂ ਸੀ, ਉਹਨੂੰ ਨਾਮ ਬ੍ਰਹਮਾ ਦਿੱਤਾ ਗਿਆ। ਕਿਉਂ ਦਿੱਤਾ ਗਿਆ? ਕਿਉਂਕਿ ਜਿਸ ਨੇ ਉਸ ਨੂੰ ਘੜਿਆ ਉਹ ਉਹਦੀ ਆਪਣੀ ਰਚਨਾ ਸੀ, ਇਸ ਲਈ ਉਹਨੇ ਸਭ ਤੋਂ ਪਹਿਲਾਂ ਆਪਣਾ ਨਾਮ ਉਹਦੇ ਵਿੱਚ ਪ੍ਰਕਾਸ਼ ਕੀਤਾ, ਤੇ ਜਗਤ ਨੇ ਉਸ ਪੁਰਖ ਨੂੰ ਗਿਆਨਵਤ, ਗਿਆਨ ਦਾ ਜਾਣੂ ਹੋਣ ਕਰਕੇ ਉਹਦਾ ਨਾਮ ਉਹਨੂੰ ਬ੍ਰਹਮਾ ਹੀ ਪ੍ਰਚਲਿਤ ਹੋਇਆ। ਆਪਾਂ ਸਾਰੇ ਉਹਨੂੰ ਬ੍ਰਹਮਾ ਦੇ ਨਾਮ ਤੋਂ ਜਾਣਦੇ ਹਾਂ। ਸ਼ਾਸਤਰ ਨੇ ਉਸ ਨੂੰ ਦੇਵਤਾ ਵੀ ਮੰਨਿਆ, ਸਨਾਤਨੀ ਮਤ ਉਹਦੀ ਪੂਜਾ ਵੀ ਕਰਦਾ, ਤੇ ਕੁਝ ਵੇਦ ਗ੍ਰੰਥਾਂ ਨੇ ਇਹ ਵੀ ਕਿਹਾ ਵੀ ਸ੍ਰਿਸ਼ਟੀ ਦਾ ਰਚਤਾ ਬ੍ਰਹਮਾ ਹੈ। ਉਹਦੇ ਭਾਵ ਅਰਥ ਇਹ ਨਹੀਂ ਵੀ ਉਹ ਜਿਹੜਾ ਬ੍ਰਹਮਾ ਪੈਦਾ ਹੋਇਆ ਉਹਨੇ ਸ੍ਰਿਸ਼ਟੀ ਰਚੀ ਹੈ, ਇਹਦੇ ਭਾਵ ਅਰਥ ਇਹ ਨੇ ਵੀ ਜਿਹੜਾ ਅਕਾਲ ਪੁਰਖ ਪਰਮਾਤਮਾ ਆਪ ਬ੍ਰਹਮ ਹੈ, ਉਹਨੇ ਇਹ ਸ੍ਰਿਸ਼ਟੀ ਰਚੀ ਹੈ। ਉਹਦਾ ਬਣਾਇਆ ਪਹਿਲਾ ਮਨੁੱਖ ਜਿਹੜਾ ਸੀ, ਉਹਦਾ ਨਾਮ ਇਸ ਧਰਤੀ ਤੇ ਜ਼ਰੂਰ ਬ੍ਰਹਮਾ ਪਿਆ, ਲੇਕਿਨ ਉਹ ਭੇਦ ਵਿੱਚ ਫਸ ਗਿਆ, ਉਹ ਉਹਦੀ ਕੁਦਰਤ ਵਿੱਚ ਫਸ ਗਿਆ, ਉਹਦੀ ਪਰਮਾਤਮਾ ਦੇ ਨਾਲ ਵਿਰੋਧਤਾ ਹੋ ਗਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਇਹਦਾ ਕੁਝ ਹਵਾਲਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਬ੍ਰਹਮਾ ਆਇਆ, ਉਹਨੇ ਜਦੋਂ ਏਡੀ ਕੁਦਰਤ ਵੇਖੀ, ਇੰਨਾ ਪਸਾਰਾ ਵੇਖਿਆ, ਇੰਨਾ ਕੁਝ ਬਣਿਆ ਵੇਖਿਆ, ਤੇ ਉਹ ਭੇਦ ਵਿੱਚ ਫਸ ਗਿਆ, ਤੇ ਉਹਨੂੰ ਭੁਲੇਖਾ ਪੈ ਗਿਆ ਵੀ ਖਰੇ ਸਭ ਕੁਝ ਕਰਨ ਵਾਲਾ ਮੈਂ ਹੀ ਹਾਂ। ਜਦੋਂ ਭੇਦ ਵਿੱਚ ਫਸ ਗਿਆ, ਤੇ ਉਹਨੇ ਪਰਮਾਤਮਾ ਤੇ ਸ਼ੰਕਾ ਕਰ ਲਿਆ। ਜਦੋਂ ਸ਼ੰਕਾ ਕਰ ਲਿਆ, ਤੇ ਪਰਮਾਤਮਾ ਨੇ ਫਿਰ ਉਹਨੂੰ ਕੁਦਰਤ ਦੀ ਐਸੀ ਖੇਡ ਬਣਾਈ ਵੀ ਉਹਨੂੰ ਨਾਭ ਦੀ ਕਮਲ ਵਿੱਚ ਸੱਟ ਦਿੱਤਾ, ਕਮਲ ਦੀ ਨਾਭ ਵਿੱਚ ਸੱਟ ਦਿੱਤਾ। ਤੇ ਕੋਈ 36 ਯੁੱਗ ਦੇ ਕਰੀਬ, ਜੋ ਵਿਦਾਂਤ ਦਾ ਹਵਾਲਾ ਹੈ, ਕੋਈ 36 ਯੁੱਗ ਦੇ ਕਰੀਬ ਉਹ ਉਹਦੇ ਵਿੱਚ ਫਿਰਦਾ ਰਿਹਾ, ਕਿਉਂਕਿ ਇਹ ਇਦਾਂ ਹੋਇਆ ਜੋ ਸ਼ਾਸਤਰ ਗਿਆਨ ਦਾ, ਇਉਂ ਕਹਿ ਲਈਏ ਵੀ ਵੇਦ ਗਿਆਨ ਦਾ ਜਿਹੜਾ ਹਵਾਲਾ ਹੈ। ਹਾਲਾਂਕਿ ਗੁਰਮਤਿ ਨੇ ਟੂਕ ਮਾਤਰ ਉਦਾਹਰਨ ਦਿੱਤਾ ਹੈ, ਤੇ ਕਿਤੇ ਕਿਤੇ ਇਹਨਾਂ ਵੇਦਾਂ ਸ਼ਾਸਤਰਾਂ ਦੇ ਉਦਾਹਰਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਵਰਤੇ, ਕੇਵਲ ਗਿਆਨ ਦੇ ਤੌਰ ਤੇ ਵੀ ਮਨੁੱਖ ਸਮਝ ਜਾਏ। ਕਰਨ ਵਾਲਾ ਇੱਕ ਪਰਮਾਤਮਾ ਹੀ ਹੈ, ਤੇ ਸਭ ਕੁਝ ਕੀਤਾ ਉਸੇ ਦਾ ਹੀ ਹੁੰਦਾ। ਉਹੀ ਜੋ ਕਿਸੇ ਨੂੰ ਜਨਾਉਂਦਾ ਉਸੇ ਨੂੰ ਸਮਝਾਉਂਦੀ ਹੈ। ਹੁਣ ਬ੍ਰਹਮਾ ਜੀ ਪੈਦਾ ਹੋਏ, ਤੇ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਵੀ ਤੁਹਾਡੀ ਉਤਪੱਤੀ ਨਾ ਕਮਲ ਦੀ ਨਾਲ ਵਿੱਚੋਂ ਹੋਈ ਹੈ। ਹੁਣ ਇਹ ਕੁਝ ਹੋਰ ਸੀ, ਹੋਰ ਤੋਂ ਭਾਵ ਹੈ ਕਮਲ ਪਰਮਾਤਮਾ ਨੂੰ ਮੰਨਿਆ ਗਿਆ, ਤੇ ਉਹਦੇ ਵਿੱਚੋਂ ਉਹਦੀ ਪੈਦਾਇਸ਼ ਮੰਨੀ ਗਈ। ਉਹਨੂੰ ਸ਼ੰਕਾ ਹੋ ਗਿਆ, ਤੇ ਉਹਨੇ ਇਹਦੇ ਉੱਪਰ ਕਿੰਤੂ ਕਰਨੀ ਸ਼ੁਰੂ ਕਰ ਦਿੱਤੀ। ਉਹਦੀ ਬਿਰਤੀ ਹੰਕਾਰ ਵਿੱਚ ਆ ਗਈ, ਤੇ ਉਹਨੇ ਉਹਦੇ ਤੇ ਕਿੰਤੂ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਉਹ ਕਿੰਤੂ ਪਰੰਤੂ ਕਰਨ ਲੱਗਾ ਵੀ ਮੈਂ ਇੰਨਾ ਵੱਡਾ, ਇੰਨਾ ਸਿਆਣਾ ਮਨੁੱਖ ਇਸ ਕਮਲ ਦੀ ਨਾਲ ਚੋਂ ਕਿੱਦਾਂ ਪੈਦਾ ਹੋ ਸਕਦਾ, ਮੇਰੇ ਕੋਲ ਇੰਨਾ ਵੱਡਾ ਗਿਆਨ ਹੈ, ਮੈਂ ਇੰਨੇ ਵੇਦ ਸ਼ਾਸਤਰ ਜਾਣਦਾ, ਕਿਉਂਕਿ ਉਹਦਾ ਹਵਾਲਾ ਮਹਾਰਾਜ ਨੇ ਬਾਣੀ ਵਿੱਚ ਵੀ ਨਾਭ ਕਮਲ ਮੈਂ ਬ੍ਰਹਮਾ ਜੇ ਵੇਦ ਪੜ੍ਹਿਆ ਮੁਖ ਕੰਠ ਸਵਾਰ, ਵੀ ਮੈਂ ਇਹਦੇ ਚੋਂ ਕਿੱਦਾਂ ਪੈਦਾ ਹੋ ਸਕਦਾ। ਤੇ ਉਹਨੇ ਕੀਤਾ ਕਿ ਹੰਕਾਰ ਵਿੱਚ ਆ ਕੇ ਤੇ ਪਰਮਾਤਮਾ ਦੀ ਖੇਡ ਨੂੰ ਨਾ ਜਾਣਦਿਆਂ ਹੋਇਆ ਉਸ ਕਮਲ ਦੀ ਨਾਲ ਨੂੰ 2 ਵਾਰ ਲੱਤ ਮਾਰ ਦਿੱਤੀ। ਜੋ ਉਹਨਾਂ ਨੇ ਲਿਖਿਆ, ਉਹਨੂੰ ਲੱਤ ਮਾਰ ਦਿੱਤੀ। ਹੁਣ ਜਦੋਂ ਲੱਤ ਮਾਰੀ, ਪਹਿਲੀ ਵਾਰ ਪਰਮਾਤਮਾ ਨੇ ਉਹਨੂੰ ਬਖਸ਼ ਦਿੱਤਾ ਵੀ ਅਗਿਆਨੀ ਹੈ, ਸਮਝ ਨਹੀਂ ਅਜੇ ਇਹਨੂੰ, ਜਾਣਦਾ ਨਹੀਂ। ਦੂਜੀ ਵਾਰ ਉਹਨੇ ਫਿਰ ਮਾਰ ਦਿੱਤੀ। ਪਰਮਾਤਮਾ ਨੇ ਕਿਹਾ ਵੀ ਮੇਰਾ ਸੁਭਾਅ ਹੈ ਬਖਸ਼ਣਾ, ਚਲੋ ਮੈਂ ਬਖਸ਼ ਦੇਣਾ। ਤੀਜੀ ਵਾਰ ਉਹਨੇ ਫਿਰ ਮਾਰ ਦਿੱਤੀ। ਜਦੋਂ ਤੀਜੀ ਵਾਰ ਮਾਰੀ, ਤੇ ਜਿਹੜਾ ਉਹ ਗਿਆਨ ਕਹਿੰਦਾ ਹੈ ਉਹ ਉਸ ਕਮਲ ਦੇ ਵਿੱਚ ਡਿੱਗ ਪਿਆ, ਉਸ ਨਾਭ ਦੇ ਵਿੱਚ ਡਿੱਗ ਪਿਆ। ਹੁਣ ਜਦੋਂ ਡਿੱਗਾ, ਸੁਰਤ ਇਸ ਢੰਗ ਨਾਲ ਗਈ ਚਲੀ ਕਿ ਜਿਹੜਾ ਉਹ ਗਿਆਨ ਹੈ ਉਹ ਕਹਿੰਦਾ ਵੀ ਕੋਈ 36 ਯੁੱਗ ਉਹਦੇ ਵਿੱਚ ਭਟਕਦਾ ਰਿਹਾ, 36 ਯੁੱਗ ਉਸ ਦੇ ਅੰਦਰ ਭਟਕਦਾ ਰਿਹਾ। ਹੁਣ ਇਹਦੇ 2 ਭਾਵ ਅਰਥ ਨੇ ਗੁਰਮੁਖੋ। ਜੇ ਤਾਂ ਚਿੱਤਰਣ ਕਰਕੇ ਵੇਖੋਗੇ ਤੇ ਸਾਨੂੰ ਲੱਗੇਗਾ ਵੀ ਕਮਲ ਦੀ ਨਾਲ ਵਿੱਚ ਬ੍ਰਹਮਾ ਕਿੱਦਾਂ ਡਿੱਗ ਸਕਦਾ, ਤੇ ਦੂਜੇ ਪੱਖ ਤੇ ਜੇ ਗੁਰਮਤ ਅਨੁਸਾਰ, ਕਿਉਂਕਿ ਇਹਦਾ ਉਦਾਹਰਨ ਮਹਾਰਾਜ ਨੇ ਗੁਰਮਤ ਵਿੱਚ ਵੀ ਰੱਖਿਆ, ਜੇ ਗੁਰਮਤ ਅਨੁਸਾਰ ਵੇਖਾਂਗੇ ਤੇ ਜਦੋਂ ਕਿਸੇ ਮਨੁੱਖ ਦੀ ਮੱਤ ਹੰਕਾਰੀ ਹੁੰਦੀ ਹੈ
ਤੇ ਕੁਦਰਤੀ ਤੌਰ ਤੇ ਫਿਰ ਗੁਰੂ ਐਸੀ ਕਲਾ ਵਰਤਾਉਂਦਾ ਵੀ ਉਹਨੂੰ ਅੰਦਰੇ ਅੰਦਰ ਹੀ ਐਸੀ ਸੁਰਤ ਸੁੱਟ ਦਿੰਦਾ ਵੀ ਲੈ ਹੁਣ ਫਿਰਦਾ ਰਹਿ, ਭਟਕਦਾ ਰਹਿ। ਇਹ ਨਹੀਂ ਸਮਝਿਆ ਜਾਂਦਾ ਤੇਥੋਂ। ਇਹਦੇ ਭਾਵ ਅਰਥ ਇਹ ਵੀ ਨੇ। ਕੱਲਾ ਇਉਂ ਨਾ ਸਮਝਣਾ ਵੀ ਜੇ ਵੇਦ ਨੇ ਕਹਿ ਦਿੱਤਾ ਵੀ ਉਹ ਕਮਲ ਦੀ ਨਾਲ ਵਿੱਚ ਡਿੱਗ ਪਿਆ ਤੇ ਉੱਥੇ ਵਿੱਚ ਫਿਰਦਾ ਰਿਹਾ। ਕਿਉਂਕਿ ਜਦੋਂ ਕਿਸੇ ਨੂੰ ਪ੍ਰਮਾਤਮਾ ਉਲਝਾ ਦਿੰਦਾ ਹੈ, ਜਦੋਂ ਕਰਤਾ ਖੇਡ ਵਰਤਾਉਂਦਾ, ਮਨੁੱਖ ਆਪਣੀ ਬਹੁਤੀ ਸਿਆਣਪ ਵਰਤਣੀ ਸ਼ੁਰੂ ਕਰੇ, ਫਿਰ ਪ੍ਰਮਾਤਮਾ ਐਸੀ ਖੇਡ ਵਰਤਾਉਂਦਾ ਵੀ ਉਹਨੂੰ ਕਿਤੇ ਨਾ ਕਿਤੇ ਐਸੇ ਥਾਂ ਤੇ ਟਿਕਾ ਦਿੰਦਾ ਵੀ ਉਹਨੂੰ ਕਈ ਸਦੀਆਂ ਤੱਕ ਸਮਝ ਹੀ ਨਹੀਂ ਆਉਂਦੀ ਵੀ ਤੂੰ ਕਰ ਕੀ ਰਿਹਾ, ਕਿੱਥੇ ਖੜਾ ਹੈ, ਕੀ ਜੁਗਤ ਕੀ ਹੈ, ਸਮਝ ਨਹੀਂ ਆਈ। ਬ੍ਰਹਮਾ ਜੀ ਐਸੀ ਪ੍ਰਮਾਤਮਾ ਦੀ ਖੇਡ ਵਿੱਚ ਫਸ ਗਿਆ। ਇਤਿਹਾਸ ਕਹਿੰਦਾ ਕੋਈ 36 ਜੋਗੋ ਭਟਕਦਾ ਰਿਹਾ, ਨਹੀਂ ਸਮਝ ਆਈ, ਪਤਾ ਨਹੀਂ ਲੱਗਾ। ਅਖੀਰ ਤੇ ਕੁਝ ਸਤ ਸੰਗੀਆਂ ਰਾਹੀਂ ਉਸ ਨੂੰ ਗਿਆਨ ਮਿਲਿਆ ਤੇ ਉਹਨੇ ਫਿਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ। ਬਾਬਾ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਹਵਾਲੇ ਦਿੱਤੇ ਨੇ, ਬ੍ਰਹਮ ਬੜਾ ਕਹਾਏ ਅੰਤ ਨਾ ਪਾਇਆ, ਕਿ ਜਿਹਨੇ ਪ੍ਰਮਾਤਮਾ ਨੇ ਜੋ ਕੁਝ ਰਚਨਾ ਰਚੀ, ਬ੍ਰਹਮਾ ਨੇ ਆਪਣੇ ਆਪ ਨੂੰ ਜਦੋਂ ਵੱਡਾ ਦੱਸਣ ਦਾ ਯਤਨ ਕੀਤਾ ਤੇ ਅੰਤ ਨਹੀਂ ਲੱਭਾ। ਫਿਰ ਅਖੀਰ ਤੇ ਅਰਦਾਸ ਕੀਤੀ, ਕੋਈ 36 ਯੁਗਾਂ ਬਾਅਦ ਫਿਰ ਉਹ ਉੱਥੋਂ ਬਾਹਰ ਆਇਆ ਤੇ ਉਹਨੂੰ ਸਮਝ ਆਈ ਵੀ ਸੱਚਮੁੱਚ ਇਹ ਮੇਰਾ ਕੀਤਾ ਕੁਝ ਨਹੀਂ ਹੈ, ਪ੍ਰਮਾਤਮਾ ਦਾ ਹੀ ਹੈ। ਇੱਦਾਂ ਜੇਕਰ ਅਸੀਂ ਬਾਤ ਕਰੀਏ ਨਾ, ਹੋਰ ਵੀ ਕੁਝ ਇਤਿਹਾਸ ਦੇ ਹਵਾਲੇ ਹੈਗੇ ਨੇ। ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਐ ਪਰਿਪੂਰਨ ਪ੍ਰਮਾਤਮਾ ਸੱਚ ਹੈ ਕਿ ਅਗਰ ਕਿਸੇ ਜੀਵ ਤੇ ਤੁਸੀਂ ਤਰਸ ਕਰੋ, ਜਨਾ ਦੇਵੋ ਤੇ ਉਹ ਜਾਣ ਸਕਦਾ, ਉੱਦਾਂ ਕਿਸੇ ਕੋਲ ਇੰਨੀ ਸਮਰੱਥਾ ਨਹੀਂ ਵੀ ਉਹ ਤੁਹਾਡੇ ਪਰਥਾਏ ਮੁਕੰਮਲ ਜਾਣ ਸਕੇ। ਵੇਖੋ, ਇੱਕ ਸ਼ਬਦ ਅਸੀਂ ਸੰਧਿਆ ਵੇਲੇ ਜਦੋਂ ਰਹਿ ਰਸ ਪੜ੍ਹਦੇ ਹਾਂ, ਉਹਦੇ ਵਿੱਚ ਸਭ ਤੋਂ ਮੁੱਢਲਾ ਸ਼ਬਦ ਮਹਾਰਾਜ ਕੀ ਬਾਣੀ ਦਾ ਆਸਾ ਮਹੱਲਾ ਪਹਿਲਾ, ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਵਿਆਖਿਆ ਕਰਦੇ ਨੇ। ਕਹਿ ਸੁਣ ਕੇ ਅਸੀਂ ਸਾਰੇ ਕਹਿ ਦਿਆਂਗੇ ਵੱਡਾ ਹੈ, ਵੱਡਾ ਹੈ, ਵੱਡਾ ਹੈ। ਸੁਣ ਵੱਡਾ ਆਖੈ ਸਭ ਕੋਇ, ਕੇਵਟ ਵੱਡਾ ਡੀਠਾ ਹੋਏ। ਕੇਵਟ ਤੋਂ ਭਾਵ ਹੈ ਵੀ ਕਿੱਡਾ ਵੱਡਾ। ਕੇਵਟ ਵੱਡੇ ਦੇ ਅਰਥ ਅਸੀਂ ਕਰਾਂਗੇ ਵੀ ਜਿਹਨੂੰ ਅਸੀਂ ਤੁਸੀਂ ਵੱਡਾ ਕਹਿ ਰਹੇ ਹੋ, ਮੈਂ ਵੱਡਾ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਵੱਡਾ 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 ਕਹੀ ਜਾ। ਕੇਵਟ ਵੱਡਾ, ਉਦਾਹਰਨ ਦਿਓ, ਸਿੱਧ ਕਰਕੇ ਦੱਸੋ ਕਿੱਡਾ ਵੱਡਾ, ਕਿੱਥੋਂ ਤੱਕ, ਕਿੰਨੀ ਉਚਾਈ, ਕਿੰਨੀ ਲੰਬਾਈ, ਕਿੰਨੀ ਗਹਿਰਾਈ, ਕਿੰਨੀ ਚੌੜਾਈ, ਦੱਸੋ, ਮਾਪ ਕੇ ਦੱਸੋ, ਵਿਖਿਆਨ ਕਰਕੇ ਦੱਸੋ। ਕੇਵਟ ਵੱਡਾ। ਅੱਗੇ ਮਹਾਰਾਜ ਕਹਿੰਦੇ ਨੇ ਡੀਠਾ ਹੋਏ, ਜੇ ਕਿਸੇ ਵੇਖਿਆ ਤੇ ਦੱਸੇਗਾ ਨਾ। ਜੇ ਕਿਸੇ ਨੇ ਇੰਨੇ ਵੱਡੇ ਨੂੰ ਮਾਣਿਆ ਹੈ, ਵੇਖਿਆ ਹੈ, ਤੇ ਏਡਾ ਤੇ ਕੋਈ ਮਨੁੱਖ ਹੈ ਹੀ ਨਹੀਂ ਜਿਹਨੇ ਪ੍ਰਮਾਤਮਾ ਨੂੰ ਮੁਕੰਮਲ ਜਾਣ ਲਿਆ ਹੋਵੇ। ਏਡੇ ਏਡੇ ਪੀਰ ਪੈਗੰਬਰ ਆਏ ਇਸ ਦੁਨੀਆ ਤੇ, ਗੁਰੂ ਅਵਤਾਰ ਆਏ, ਉਹਨਾਂ ਵੀ ਕਿਹਾ ਵੀ ਪ੍ਰਮਾਤਮਾ ਨਹੀਂ ਜਾਣਦੇ ਅਸੀਂ ਤੈਨੂੰ। ਗੁਰੂ ਨਾਨਕ ਸਾਹਿਬ ਖੁਦ ਕਹਿ ਗਏ ਨੇ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਮੈਨੂੰ ਪਤਾ ਵੀ ਲੱਗ ਜਾਵੇ ਤੇ ਮੇਰੇ ਕੋਲ ਕਥਨ ਦੀ ਸਮਰੱਥਾ ਨਹੀਂ ਹੈ ਵੀ ਮੈਂ ਸਭ ਕੁਝ ਤੈਨੂੰ ਕਹਿ ਦੇਵਾਂ ਵੱਡਾ। ਕੇਵਟ ਵੱਡਾ ਡੀਠਾ ਹੋਏ। ਅੱਗੇ ਫਿਰ ਲਿਖ ਦਿੱਤਾ, ਕੀਮਤ ਪਾਏ ਨਾ ਕਹਿਆ ਜਾਏ। ਕਿਹੜੀ ਕੀਮਤ ਪਾਈਏ ਤੇਰੀ? ਕੀਮਤ ਪਾਉਣ ਦਾ ਮਤਲਬ ਹੁੰਦਾ ਹੈ ਵੀ ਕਿਸੇ ਵੀ ਗੱਲ ਦੇ ਬਰਾਬਰ ਕੋਈ ਉਦਾਹਰਨ ਦੇ ਕੇ ਕਹਿ ਦੇਣਾ। ਜਿਵੇਂ ਕੋਈ ਸੰਸਾਰ ਵਿੱਚ ਸਿਆਣਾ ਮਨੁੱਖ ਹੋਵੇ ਤੇ ਸਾਨੂੰ ਕੋਈ ਪੁੱਛੇ ਕਿ ਉਹ ਕਿੱਦਾਂ ਦਾ, ਤੇ ਅਸੀਂ ਕਹਿੰਦੇ ਹਾਂ ਜੀ ਆ ਜਿਹੜਾ ਫਲਾਨਾ ਮਨੁੱਖ ਹੈ ਨਾ, ਉਹਦੇ ਵਰਗਾ। ਹੋਰ ਕੋਈ ਸ਼ੈ ਆ, ਉਹਦੀ ਇੱਕ ਤੁਲਨਾ ਕਰ ਦਿੱਤੀ ਜਾਂਦੀ ਹੈ, ਉਹਦਾ ਇੱਕ ਕੰਪੈਰੀਜ਼ਨ ਕਰ ਦਿੱਤਾ ਜਾਂਦਾ ਵੀ ਉਹਦੇ ਵਰਗਾ। ਹੁਣ ਕੀਮਤ ਕੌਣ ਪਾਏ? ਕਿਉਂਕਿ ਜਦੋਂ ਕਿ ਤੂੰ ਆਪ ਇੱਕ ਵੱਡਾ ਹੈ ਤੇ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ, ਤੇਰੇ ਵਰਗਾ ਦੂਸਰਾ ਕੋਈ ਨਹੀਂ ਹੈ, ਤੇ ਕੀਮਤ ਤੇ ਉਹੀ ਪਾਏਗਾ ਨਾ ਜਿਹਨੂੰ ਪਤਾ ਹੋਵੇਗਾ ਵੀ ਆਹ ਦੂਜਾ ਇਹਦੇ ਵਰਗਾ। ਜਦੋਂ ਦੂਸਰਾ ਕੋਈ ਹੈ ਹੀ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਕੀਮਤ ਨਹੀਂ ਪੈ ਸਕਦੀ ਫਿਰ, ਕਿਉਂਕਿ ਉਹ ਇੱਕ ਹੈ ਤੇ ਇੱਕ ਵਰਗਾ ਇੱਕੋ ਆਪ ਹੀ ਇੱਕ ਹੈ, ਉਹਦੇ ਵਰਗਾ ਦੂਜਾ ਨਹੀਂ ਹੈ। ਦੂਜਾ ਹੋਵੇਗਾ ਤੇ ਕੀਮਤ ਪਵੇਗੀ। ਇਹ ਬਾਬਾ ਜੀ ਨੇ ਬਾਣੀ ਵਿੱਚ ਹੋਰ ਵੀ ਸ਼ਬਦ ਲਿਖੇ ਨੇ, ਤੇਰੀ ਕੀਮਤ ਕੀਕੂ ਹੋਏ, ਕਿੱਦਾਂ ਹੋਏ ਦੱਸ, ਹੈ ਹੀ ਨਹੀਂ ਦੂਸਰਾ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੇਖੋ, ਜੇ ਕਿਸੇ ਨੇ ਯਤਨ ਕੀਤਾ ਵੀ ਹੈ ਨਾ ਥੋੜਾ ਬਹੁਤ ਕੋਈ ਉਹਨੂੰ ਬਿਆਨ ਕਰਨ ਦਾ, ਤੇ ਅਖੀਰ ਤੇ ਤੂੰ ਅਚਰਜ ਕੁਦਰਤ ਤੇਰੀ ਵਿਸਮਾ, ਬੋਲਦੇ 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 ਉਹਦੇ ਵਿੱਚ ਹੀ ਸਮਾ ਗਏ। ਗੁਰੂ ਨਾਨਕ ਸਾਹਿਬ ਨੇ ਸਾਡੇ ਸਨਮੁਖ ਏਡਾ ਗਿਆਨ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਸਮਗਰ ਗੁਰਬਾਣੀ, ਬਹੁਤ ਵੱਡਾ, ਬਹੁਤ ਭਾਰੀ ਗਿਆਨ ਹੈ। ਤੇ ਇਹ ਕੋਈ ਸੰਸਾਰ ਦਾ ਗਿਆਨ ਨਹੀਂ ਹੈ, ਕੋਈ ਗੁਰੂ ਨਾਨਕ ਸਾਹਿਬ ਜੀ ਦੇ ਨਿੱਜੀ ਜੀਵਨ ਦਾ ਕੋਈ ਇਤਿਹਾਸ ਨਹੀਂ ਜੇ, ਕੋਈ ਘਟਨਾ ਨਹੀਂ ਜੇ। ਹਾਂ ਠੀਕ ਹੈ, ਸਮੇਂ ਅਨੁਸਾਰ ਕੁਝ ਘਟਨਾਵਾਂ ਬਾਣੀ ਵਿੱਚ ਹੈ ਨੇ, ਲੇਕਿਨ ਅਸਲ ਤੱਤ ਉਹਨਾਂ ਪਿੱਛੇ ਵੀ ਪਰਮਾਤਮਾ ਦੀ ਹੀ ਸਿਫਤ ਹੈ। ਅਸਲ ਤੱਤ ਜਿਹੜਾ ਹੈ ਨਾ, ਉਹਨਾਂ ਘਟਨਾਵਾਂ ਪਿੱਛੇ ਵੀ ਪਰਮਾਤਮਾ ਦਾ ਹੀ ਗਿਆਨ ਹੈ।
ਇਸ ਲਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਿਰੋਲ ਨਾਮ ਦੀ, ਪ੍ਰਮਾਤਮਾ ਦੀ ਗੱਲ ਕਰਦੀ ਹੈ। ਤੇ ਇੰਨਾ ਵੱਡਾ ਭਾਰੀ ਗਿਆਨ ਉਚਾਰਨ ਕਰਨ ਤੋਂ ਬਾਅਦ ਵੀ ਜਦੋਂ ਕਿਤੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਜੋਤ ਆਪਣੇ ਮੁਖ ਤੋਂ ਸ਼ਬਦ ਇਹ ਕਹਿ ਦਿੰਦੀ ਹੈ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਇਹਦਾ ਮਤਲਬ ਇਹ ਹੈ ਵੀ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਹੈ, ਤੇਰੇ ਗਿਆਨ, ਤੇਰੀ ਬਖਸ਼ਿਸ਼, ਤੇਰੇ ਭੰਡਾਰ ਤੂੰ ਹੀ ਜਾਣਦਾ ਹੈ। ਇਹ ਬਹੁਤ ਵੱਡੀ ਬਖਸ਼ਿਸ਼ ਹੈ। ਇਹਨੂੰ ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਪਰਮਾਤਮਾ ਜੇ ਤੁਸੀਂ ਜਨਾਓ ਤਾਂ, ਤੁਸੀਂ ਕਿਰਪਾ ਕਰੋ ਤਾਂ, ਤੂੰ ਜਾਣਾ ਹੈ ਤਾਂ ਕੋਈ ਜਾਣੈ ਤੇਰਾ ਦੀਆ। ਹਾਂ, ਹੁਣ ਵੇਖੋ ਆਪਾਂ ਬਾਤ ਕਰ ਰਹੇ ਹਾਂ ਨਾ, ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਹੈ, ਇਹਦਾ ਮਤਲਬ ਕੀ ਹੈ ਵੀ ਇੰਨਾ ਕੁਝ ਪਰਮਾਤਮਾ ਨੇ ਉਹਨੂੰ ਦਿੱਤਾ, ਇੰਨਾ ਕੁਝ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਦੇ ਘਰੋਂ ਮਿਲਿਆ ਤੇ ਉਹਨਾਂ ਨੇ ਵਿਖਿਆਨ ਕਰ ਦਿੱਤਾ ਵੀ ਆਹ ਕੁਝ ਹੈ ਜੀ। ਜਿੰਨਾ ਕੁਝ ਉਹਨਾਂ ਨੂੰ ਆਪਣੇ ਅਨੁਭਵ ਵਿੱਚ ਮਿਲਿਆ, ਜਾਂ ਅਨੁਭਵ ਤੋਂ ਅਲੱਗਾ ਜੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਨੇ ਆਪਣੀ ਮੌਜ ਵਿੱਚ ਸਾਨੂੰ ਇਹ ਦਾਨ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਇਹਦਾ ਹਵਾਲਾ ਦਿੱਤਾ ਹੈ ਤੇ ਉਹ ਲਿਖਦੇ ਨੇ ਵੀ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰਸਿਓ ਬਣਿਆਈ। ਪਹਿਲਾਂ ਤੋਂ ਭਾਵ ਹੈ ਕਿ ਪਰਮਾਤਮਾ ਨੇ ਆਪਣੀ ਮੌਜ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀਆਂ ਨੂੰ ਇਹ ਦਾਨ ਦਿੱਤਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਵਿੱਚ ਵੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜੀਵਨ ਸਾਖੀ ਹੈ ਉਹਦੇ ਵਿੱਚ ਵੀ ਇਹ ਬਚਨ ਨੇ। ਗੁਰਦੇਵ ਉੱਥੇ ਆਪ ਇਹ ਉਚਾਰਨ ਕਰ ਗਿਆ, ਸਾਖੀਕਾਰਾਂ ਨੇ ਹਵਾਲਾ ਲਿਖਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਦੇ ਘਰੋਂ ਰੱਬੀ ਮਿਹਰਮਤ, ਅਗੰਮੀ ਬਖਸ਼ਿਸ਼ ਪ੍ਰਾਪਤ ਹੋਈ ਨਾ, ਤੇ ਉੱਥੇ ਅਕਾਲ ਪੁਰਖ ਦੇ ਘਰੋਂ ਇਹ ਬਚਨ ਮਿਲੇ, ਇਹ ਭਵਿੱਖਬਾਣੀ ਕਹਿ ਲਈਏ, ਇਹ ਸ਼ਬਦ ਮਿਲੇ ਉਹਨਾਂ ਨੂੰ ਕਿ ਨਾਨਕ ਸਾਡੀ ਤੇਰੇ ਤੇ ਅਥਾਏ ਖੁਸ਼ੀ, ਸਾਡੀ ਤੇਰੇ ਤੇ ਅਥਾਏ ਖੁਸ਼ੀ, ਅਸੀਂ ਤੈਨੂੰ, ਇਹਦੇ ਭਾਵ ਅਰਥ ਨੇ ਵੀ ਅਸੀਂ ਤੇਰੇ ਤੇ ਅਗੰਮੀ ਬਖਸ਼ਿਸ਼ ਕਰਦੇ ਹਾਂ, ਸਾਡੀ ਤੇਰੇ ਤੇ ਬਹੁਤ ਖੁਸ਼ੀ ਹੈ, ਤੂੰ ਸੰਸਾਰ ਵਿੱਚ ਸਾਡੇ ਨਾਮ ਨੂੰ ਦ੍ਰਿੜ ਕਰਾਉਣਾ ਹੈ। ਇਹਦਾ ਮਤਲਬ ਹੈ ਕਿ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀਆਂ ਨੂੰ ਇਹ ਬਖਸ਼ਿਸ਼ ਦੇ ਦਿੱਤੀ, ਇਹ ਵਰ ਦੇ ਦਿੱਤਾ ਕਿ ਸਾਡੀ ਤੇਰੇ ਤੇ ਖੁਸ਼ੀ ਹੈ ਤੇ ਤੂੰ ਸੰਸਾਰ ਵਿੱਚ ਸਾਡੇ ਨਾਮ ਨੂੰ ਵਿਖਿਆਨ ਕਰਨਾ ਹੈ, ਲੋਕਾਈ ਨੂੰ ਦੱਸਣਾ ਵੀ ਪਰਮਾਤਮਾ ਕੀ ਹੈ। ਤੇ ਗੁਰੂ ਨਾਨਕ ਸਾਹਿਬ ਸਾਰੀ ਉਮਰ ਹੀ ਦੱਸਦੇ ਫਿਰੇ ਨੇ ਵੀ ਕਿੱਡਾ ਕੁ ਵੱਡਾ ਜੇ। ਜਿੱਥੇ ਵੀ ਬੈਠੇ, ਕੋਈ ਵੀ ਬਾਤ ਚੱਲੀ, ਕੋਈ ਘਟਨਾ ਵਾਪਰੀ, ਕਿਸੇ ਨਾਲ ਕੋਈ ਗੋਸ਼ਟ ਹੋਈ, ਬਸ ਇੱਕ ਹੀ ਅਖੀਰ ਤੇ ਸਿੱਟਾ ਇੱਕ ਹੀ ਹੈ ਵੀ ਇੱਕ ਪਰਮਾਤਮਾ ਨਾਲ ਜੁੜ ਜਾਓ, ਉਹ ਸਭ ਤੋਂ ਵੱਡਾ ਜੀ। ਇੱਕ ਦਿਨ ਹੋ ਜਾਓ, ਉਹ ਸਭ ਤੋਂ ਵੱਡਾ ਜੀ। ਗੁਰੂ ਨਾਨਕ ਸਾਹਿਬ ਦੇ ਮੁਖ ਤੇ ਸ਼ਬਦ ਹੀ ਇਹ ਸਨ, ਧੰਨ ਨਿਰੰਕਾਰ। ਇਸ ਵੇਦ ਮਹਾਰਾਜ ਕਹਿੰਦੇ ਨੇ, ਜੇ ਕੋਈ ਤੈਨੂੰ ਜਾਣਦਾ ਹੈ ਜਾਂ ਤੇਰਾ ਦਿੱਤਾ ਨਾਮ ਵਖਾਣਦਾ ਹੈ ਤੇ ਪਰਮਾਤਮਾ ਪ੍ਰਭੂ ਜੀ ਅਕਾਲ ਪੁਰਖੋ ਵੀ ਤੁਹਾਡੀ ਕਿਰਪਾ ਹੈ। ਅਗਲੇ ਪਦ ਵਿੱਚ ਮਹਾਰਾਜ ਨੇ ਲਿਖਿਆ ਹੈ, ਤੁਧ ਆਪੇ ਕਾਰਨ ਆਪੇ ਕਰਨਾ। ਇੱਕ ਹੈ ਕਾਰਨ, ਇੱਕ ਹੈ ਕਰਨ। ਇਹਨਾਂ ਦੋਨਾਂ ਦੇ ਪਿੱਛੇ ਪਰਮਾਤਮਾ ਦੀ ਮੌਜ ਹੈ। ਕਿਉਂਕਿ ਗੁਰਮਤ ਦਾ ਜਿਹੜਾ ਗਿਆਨ ਜਿੰਨੀ ਕੁ ਸੋਝੀ ਸਾਨੂੰ ਬਖਸ਼ਦਾ ਹੈ ਨਾ, ਪਰਮਾਤਮਾ ਨੇ ਕਾਰਨ ਕਰਨ, ਇਹ ਕਾਰਨ ਕੀਤਾ ਤੇ ਸਾਨੂੰ ਇਹ ਸਰੀਰ ਮਿਲਿਆ। ਪਰਮਾਤਮਾ ਦਾ ਇਹ ਕਾਰਨ ਹੈ, ਇਹਨੂੰ ਅਸੀਂ ਵੈਸੇ ਕਾਰਨ ਸਰੀਰ ਵੀ ਕਹਿੰਦੇ ਹਾਂ। ਵਿਦਾਂਤ ਨੇ ਵੀ ਇਹਨੂੰ ਕਾਰਨ ਸਰੀਰ ਕਿਹਾ ਕਿਉਂਕਿ ਉਹਨੇ ਇਹ ਰਚਨਾ ਰਚੀ ਹੈ। ਇੱਧਰ ਇਸ ਸੰਸਾਰਿਕ ਤੱਤ ਇਕੱਠੇ ਕਰਕੇ ਦੇਹੀ ਬਣਾਈ ਹੈ, ਉਧਰੋਂ ਆਪਣੀ ਅੰਸ਼ ਵਿੱਚ ਪਾ ਕੇ ਤੇ ਇਹ ਸਾਡਾ ਇਹ ਜੀਵਨ ਚਲਾਇਆ ਹੈ। ਇਹ ਪ੍ਰਕਿਰਤੀ ਇਦਾਂ ਰਚੀ ਹੈ। ਇੱਥੇ ਹਰ ਆਕਾਰ ਸ੍ਰਿਸ਼ਟੀ ਦਾ ਜੋ ਵੀ ਆਕਾਰ ਹੈ, ਮਨੁੱਖ ਜੂਨ ਤੋਂ ਲੈ ਕੇ ਕੋਈ ਵੀ ਹੈ, ਇਹ ਪਰਮਾਤਮਾ ਦੀ ਇੱਧਰ ਸ੍ਰਿਸ਼ਟੀ ਦੇ ਤੱਤ ਨੇ। ਉਧਰੋਂ ਇਹਨਾਂ ਵਿੱਚ ਜੋ ਜਿਹੜੀ ਚੀਜ਼ ਖੇਡਦੀ ਹੈ ਜਾਂ ਜਿਹੜੀ ਚੀਜ਼ ਮੌਲਦੀ ਹੈ, ਉਹ ਪਰਮਾਤਮਾ ਦਾ ਆਪਣਾ ਪਰਮ ਤੱਤ ਆਤਮਾ ਹੈ। ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਇਹਦੇ ਵਿੱਚ, ਲੇਕਿਨ ਇਹਦਾ ਕਾਰਨ ਹੈ। ਇਹ ਜਿੰਨਾ ਵੀ ਕਾਰਨ ਹੈ ਨਾ, ਇਹਦਾ ਕਾਰਨ ਕੀ ਹੈ ਕਿ ਇਹ ਪਰਮਾਤਮਾ ਨੇ ਆਪਣੀ ਮੌਜ ਵਿੱਚ ਹੀ ਕੀਤਾ ਹੋਇਆ ਹੈ। ਕਿਵੇਂ ਕੀਤਾ? ਚਲੋ ਇੱਕ ਪੌੜੀ ਅਸੀਂ ਗੁਰੂ ਨਾਨਕ ਸਾਹਿਬ ਜੀ ਕੀ ਆਸਾ ਕੀ ਵਾਰ ਵਿੱਚ ਆਰੰਭਲੀ ਉਹ ਲੈ ਲੈਂਦੇ, ਉਹਦੇ ਤੋਂ ਵੀ ਥੋੜਾ ਜਿਹਾ ਸਪਸ਼ਟ ਹੋਵੇਗਾ। ਹੋਰ ਵੀ ਬਚਨ ਹੈ ਨੇ ਬਾਣੀ ਵਿੱਚ। ਕਿਵੇਂ ਕੀਤਾ? ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਉ। ਪਰਮਾਤਮਾ ਪ੍ਰਭੂ ਜੀ ਪ੍ਰਥਮ ਤੇ ਤੁਸੀਂ ਆਪ ਹੋ ਤੇ ਆਪ ਆਪਣੇ ਆਪ ਤੋਂ ਸੁੱਤੇ ਸਿੱਧ ਪ੍ਰਗਟ ਹੋਏ। ਦੁਤੀਆ ਤੁਸੀਂ ਆਪਣੀ ਇਹ ਕੁਦਰਤ, ਇਹ ਸ੍ਰਿਸ਼ਟੀ ਸਾਜੀ, ਇਹ ਸਾਰਾ ਕੁਝ ਬਣਾਇਆ। ਦੁਤੀਆ ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਉ। ਅੱਗੇ ਮਹਾਰਾਜ ਨੇ ਲਿਖਿਆ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ। ਹੁਣ ਕਾਰਨ ਕੀਤਾ ਗਿਆ ਕਾਹਦੇ ਲਈ?
ਇਹਦੇ ਭਾਵ ਅਰਥ ਇਹ ਨੇ ਗੁਰਮੁਖੋ ਕਿ ਜੇ ਪਰਮਾਤਮਾ ਨੇ ਸਾਨੂੰ ਇਹ ਸਰੀਰ ਦੇ ਕਰਕੇ ਨਿਵਾਜ ਕੇ ਇਹ ਮਨੁੱਖਾ ਜੂਨ ਦੇ ਕਰਕੇ ਇੱਥੇ ਬਣਾਇਆ ਹੈ ਨਾ, ਇਹਦਾ ਵੀ ਮਤਲਬ ਇਹ ਹੈ ਵੀ ਇਹ ਉਹਦੀ ਇੱਕ ਆਪਣੀ ਮੌਜ ਹੈ ਤੇ ਉਹ ਆਪਣੀ ਮੌਜ ਵਿੱਚ ਸਾਥੋਂ ਕੁਝ ਕਰਵਾਉਣਾ ਚਾਹੁੰਦਾ ਹੈ। ਆਪਣੀ ਮੌਜ ਵਿੱਚ ਸਾਥੋਂ ਕੁਝ ਵੇਖਣਾ ਚਾਹੁੰਦਾ ਹੈ। ਉਹਦੀ ਇੱਕ ਤੇ ਵੇਖੋ ਗੁਰੂ ਨਾਨਕ ਸਾਹਿਬ ਇਹ ਵੀ ਨਾਲ ਹੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਇਸ ਧਰਤੀ ਤੇ ਪਰਮਾਤਮਾ ਦੇ ਹੁਕਮ ਵਿੱਚ ਟਿਕਦਾ ਉਹਦੇ ਤੇ ਉਹਦੀ ਖੁਸ਼ੀ ਵੀ ਬੜੀ ਹੈ। ਉਹ ਗੱਲ ਵੱਖਰੀ ਹੈ ਵੀ ਅਸੀਂ ਆਪਣੀ ਹਉਮੈ ਨਾਲ ਖੇਡ ਰਹੇ ਹਾਂ ਤੇ ਸਾਨੂੰ ਕੁਝ ਹੋਰ ਨਜ਼ਰ ਆ ਰਿਹਾ। ਜਿਹੜਾ ਮਨੁੱਖ ਕਾਰਨ ਉਸ ਦਾ ਕੀਤਾ ਉਸਨੇ ਹੈ, ਕਾਰਨ ਕਰਨ ਉਹ ਹੈ, ਲੇਕਿਨ ਜਿਹੜਾ ਇੱਥੇ ਆ ਕੇ ਉਹਦੇ ਹੁਕਮ ਵਿੱਚ ਖੇਡਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਤੇ ਖੁਸ਼ੀ ਵੀ ਬਹੁਤ ਹੈ ਉਸਦੀ। ਇਹ ਕਾਰਨ ਉਸਦਾ ਤੇ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ। ਪਹਿਲੇ ਤੁਸੀਂ ਦਾਤੇ ਹੋ, ਫਿਰ ਤੁਸੀਂ ਕਰਤੇ ਹੋ। ਕਿਉਂ? ਕਿਉਂਕਿ ਤੁਸੀਂ ਸਾਨੂੰ ਜੀਵਨ ਨੂੰ ਕੀਤਾ ਹੀ ਤਾਂ ਹੈ ਵੀ ਇਹ ਧਰਤੀ ਤੇ ਪੈਦਾ ਹੋਣਗੇ, ਮੈਥੋਂ ਦਾਤਾ ਮੰਗਣਗੇ, ਮੈਂ ਇਹਨਾਂ ਨੂੰ ਦੇਵਾਂਗਾ। ਇਹ ਖੇਡ ਵੇਖ ਕੇ ਤੁਸੀਂ ਮੌਲਦੇ ਹੋ, ਵਿਗਸਦੇ ਹੋ। ਤੁਸ ਦੇਵੈ, ਤੁਸ ਦਾ ਮਤਲਬ ਹੁੰਦਾ ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਤੇ ਵੇਖੋ ਅਸੀਂ ਜੀਵਾਂ ਨੇ ਕਿੰਨਾ ਕੁ ਮੰਗਿਆ ਰੱਬ ਕੋਲੋਂ, ਕਦੇ ਨਾ ਹੋਈ ਹੈ। ਮੰਗਦੇ ਪਏ ਨਾ, ਜੁਗਾਂ ਜੁਗਾਂਤਰ ਖਾ ਹੀ ਖਾਏ, ਆਖਿਆ ਮੰਗਿਆ ਦੇ ਦੇ, ਦਾਤ ਕਰੇ ਦਾਤਾ। ਮੰਗ ਰਹੇ ਆ ਤੇ ਮੰਗਣ ਦੇ ਪਿੱਛੇ ਜਿਹੜਾ ਦੇਣ ਵਾਲਾ ਬੈਠਾ ਹੈ ਨਾ, ਉਹ ਦੇ ਕੇ ਖੁਸ਼ ਹੁੰਦਾ ਹੈ। ਕਾਰਨ ਕਰਨਾ, ਉਹ ਦੇ ਕੇ ਪ੍ਰਸੰਨ ਹੁੰਦਾ ਵੀ ਚਲੋ ਮੈਂ ਆਪਣੇ ਨੂੰ ਦਿੱਤਾ। ਠੀਕ ਹੈ, ਸਾਡੀ ਮੱਤ ਐਸੀ ਹੈ ਵੀ ਅਸੀਂ ਲੈ ਕੇ ਭਟਕ ਰਹੇ ਹਾਂ, ਜਿੰਨਾ ਮੰਗ ਰਹੇ ਹਾਂ, ਜਿੰਨਾ ਦੇ ਰਿਹਾ ਲੈ ਕੇ। ਸਾਡੀ ਤੇ ਹਾਲਾਤ ਐਸੀ ਹੈ, 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵੀ ਖੋਟ ਗਵਾਵੇ। ਇੱਕ ਭੀਨਾ ਦੇ 10 ਪੀ ਹਿਰਲੇ ਤਉ ਮੂੜਾ ਕੋ ਕਹਾ ਕਰੇ। ਲੇਕਿਨ ਜੋ ਉਸ ਦਾ ਨਿਯਮ ਹੈ, ਕਿਉਂਕਿ ਇੱਥੇ ਗੱਲ ਸਾਡੀ ਨਹੀਂ ਹੈ, ਵਿਧਾਨ ਉਸਦੇ, ਉਹਦੇ ਨਿਯਮ ਉਹਦੇ ਦੀ ਗੱਲ ਚੱਲ ਰਹੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨੇ ਸਾਨੂੰ ਰਚਿਆ ਹੀ ਤਾਂ ਕਿਉਂਕਿ ਅਸੀਂ ਜੀਵ ਇਸ ਧਰਤੀ ਤੇ ਪੈਦਾ ਹੋ ਕੇ, ਅਸੀਂ ਜੀਵ ਇੱਥੇ ਬਣ ਕੇ ਤੇ ਉਹਦੇ ਅੱਗੇ ਝੋਲੀ ਅੱਡਾਂਗੇ, ਉਹ ਸਾਡੀ ਝੋਲੀ 'ਚ ਦਾਤ ਪਾਏਗਾ। ਸਾਨੂੰ ਦਾਤ ਪ੍ਰਾਪਤ ਹੋਵੇਗੀ, ਅਸੀਂ ਦਾਤ ਲੈ ਕੇ ਖੁਸ਼ ਹੋਵਾਂਗੇ। ਦਾਤਾ ਦੇ ਕੇ ਖੁਸ਼ ਹੁੰਦਾ ਹੈ, ਉਹਦਾ ਸੁਭਾਅ ਦੇ ਕੇ ਖੁਸ਼ ਹੁੰਦਾ ਹੈ। ਇਹ ਪ੍ਰਕਿਰਤੀ ਵਿੱਚ ਵੀ ਕੁਝ ਉਦਾਹਰਨਾਂ ਨੇ ਜੀ। ਜਿਵੇਂ ਉਦਾਹਰਨ ਦੇ ਤੌਰ ਤੇ ਘੁਮਾਰ ਇੱਕ ਘੜਾ ਬਣਾਉਂਦਾ ਨਾ, ਉਹਦਾ ਅਸਲ ਮੰਤਵ ਕੀ ਹੈ? ਉਹਨੇ ਆਪ ਥੋੜੇ ਵਰਤਨੇ ਨੇ ਸਾਰੇ ਜਿੰਨੇ ਬਣਾ ਰਿਹਾ। ਉਹਨੇ ਥੋੜਾ ਵੀ ਜਿੰਨੇ ਉਹਨੇ ਘੜੇ ਨੇ ਉਹਨਾਂ ਸਾਰਿਆਂ 'ਚ ਘਰ ਪਾਣੀ ਭਰ ਕੇ ਰੱਖੇਗਾ ਜਾਂ ਆਪਣੇ ਭਾਂਡਿਆਂ ਦੀ ਆਪ ਵਰਤੋਂ ਕਰ। ਉਹਨੇ ਤੇ ਵੇਚਣਾ ਹੈ। ਜਦੋਂ ਉਸ ਦਾ ਬਰਤਨ ਵਿਕਦਾ ਹੈ ਤੇ ਉਹਦਾ ਇੱਕ ਵਧੀਆ ਮੁੱਲ ਉਹਦੇ ਹੱਥ ਤੇ ਆ ਜਾਂਦਾ ਹੈ, ਤੁਸੀਂ ਜਾਣੋ ਵੀ ਉਹਨੇ ਜਿਹੜੀ ਕਿਰਤ ਕੀਤੀ ਉਹਨੂੰ ਕਿੰਨੀ ਖੁਸ਼ੀ ਮਿਲਦੀ ਹੈ। ਕਦੇ ਇਹਨੂੰ ਬਰੀਕੀ ਨਾਲ ਸੋਚ ਕੇ ਵੇਖੋ। ਕੋਈ ਵੀ ਇਕੱਲੇ, ਮੈਂ ਤਾਂ ਇੱਕ ਉਦਾਹਰਨ ਘੁਮਾਰ ਦਾ ਲਿਆ, ਬਹੁਤ ਸਾਰੇ ਉਦਾਹਰਨ ਨੇ ਸਾਡੇ ਸੰਸਾਰ ਅੰਦਰ। ਜੋ ਕੁਝ ਅਸੀਂ ਕਰ ਰਹੇ ਹਾਂ ਤੇ ਕੀਤੇ ਦਾ ਜਦੋਂ ਪੂਰਾ ਮੁੱਲ ਸਾਡੇ ਹੱਥ ਤੇ ਆਉਂਦਾ, ਇੱਕ ਤੇ ਸਾਡਾ ਕੰਮ ਵਿੱਚ ਇਉਂ ਲਾ ਲਓ ਵੀ ਬੜਾ ਮਨ ਟਿਕਦਾ, ਦੂਜਾ ਜਦੋਂ ਪੂਰੀ ਕੀਮਤ ਮਿਲਦੀ ਹੈ ਤੇ ਕਰਨ ਵਾਲਾ ਕਿੱਡਾ ਪ੍ਰਸੰਨ ਹੁੰਦਾ, ਵਾਹ ਆਨੰਦ ਆ ਗਿਆ। ਇਦਾਂ ਹੀ ਆਪੇ ਕਾਰਨ ਆਪੇ ਕਰਨਾ, ਕਿਉਂਕਿ ਸਾਡੀ ਤੇ ਛੋਟੀ ਜਿਹੀ ਖੇਡ ਹੈ ਗੁਰਮੁਖੋ। ਸਾਡਾ ਤੇ ਨਿੱਕਾ ਜਿਹਾ ਖਿਲਾਰਾ ਹੈ ਸੰਸਾਰ ਦਾ, ਤਾਂ ਬਹੁਤ ਛੋਟਾ ਹੀ, ਉਹਦੀ ਰਚਨਾ ਦੇ ਵਿੱਚ ਤਾਂ ਕਿਨਕਾ ਮਾਤਰ ਹੀ ਹੈ। ਉਹਦਾ ਤੇ ਪਸਾਰਾ ਬਹੁਤ ਵੱਡਾ ਹੈ, ਤੇ ਜਿਨੇ ਇੰਨਾ ਵੱਡਾ ਪਸਾਰਾ ਬਣਾਇਆ ਤੇ ਉਹ ਬਹੁਤ ਵੱਡੀ ਖੇਡ ਖੇਡਦਾ ਹੈ। ਅਸੀਂ ਤੇ ਛੋਟੇ ਛੋਟੇ ਖਿਲੌਣੇ ਬਣਾ ਕੇ ਕਹਿੰਦੇ ਆ ਵੀ ਸਾਨੂੰ ਮੁੱਲ ਮਿਲ ਗਿਆ। ਉਹਨੇ ਜਿਉਂਦੀਆਂ ਜਾਗਦੀਆਂ ਮੂਰਤਾਂ ਬਣਾਈਆਂ, ਸੁਚੇਤ ਮਨ ਪਾਏ, ਅੰਦਰ ਬਿਰਤੀਆਂ ਪਾਈਆਂ, ਬੜਾ ਕੁਝ ਬਣਾਇਆ। ਤੇ ਜਦੋਂ ਅਸੀਂ ਖੇਡਦੇ ਆ ਤੇ ਸਾਡੀ ਖੇਡ ਨੂੰ ਵੇਖ ਕੇ ਉਹ ਪ੍ਰਸੰਨ ਹੋ ਜਾਂਦਾ। ਤੋ ਦਾਪੇ ਕਾਰਨ ਆਪੇ ਕਰਨਾ। ਫਿਰ ਵੇਖੋ ਅਗਲੀ ਪੰਕਤੀ ਹੈ, ਹੁਕਮ ਹੈ ਜੰਮਣ ਹੁਕਮ ਹੈ ਮਰਨਾ। ਮੇਰਾ ਖਿਆਲ ਹੈ ਜਿੰਨਾ ਕੁ ਅਸੀਂ ਗੁਰਮਤਿ ਪੜ੍ਹਦੇ ਹਾਂ ਇਹਦੇ ਅਰਥ ਬਹੁਤ ਹੀ ਸਪਸ਼ਟ ਨੇ। ਹੁਕਮ ਦੇ ਵਿੱਚ ਚੀਜ਼ ਨੂੰ ਬਣਾਉਣਾ, ਹੁਕਮ ਵਿੱਚ ਢਾ ਦੇਣਾ। ਸਾਡੇ ਲਈ ਜਨਮ ਮਰਨਾ ਹੈ, ਕਿਉਂਕਿ ਹੁਕਮ ਹੁੰਦਾ ਅਸੀਂ ਸੰਸਾਰ 'ਚ ਆਉਂਦੇ ਹਾਂ, ਸਾਡੇ ਲਈ ਜਨਮ ਹੈ। ਫਿਰ ਹੁਕਮ ਹੁੰਦਾ ਹੈ ਅਸੀਂ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਹਾਂ, ਸਾਡੇ ਲਈ ਮਰਨਾ ਹੈ। ਹਾਲਾਂਕਿ ਇਹ ਦੋਵੇਂ ਘਟਨਾਵਾਂ ਸਾਡੇ ਤੇ ਦੁੱਖ ਤੇ ਸੁੱਖ ਦੇ ਰੂਪ ਵਿੱਚ ਅਸਰ ਪਾਉਂਦੀਆਂ। ਜਨਮ ਹੁੰਦਾ ਹੈ ਅਸੀਂ ਪ੍ਰਸੰਨ ਹਾਂ, ਸਾਡਾ ਪਰਿਵਾਰ ਸਮਾਜ ਪ੍ਰਸੰਨ ਹੈ। ਮੌਤ ਹੁੰਦੀ ਹੈ ਅਸੀਂ ਦੁਖੀ ਹਾਂ, ਸਾਡਾ ਸਾਰਾ ਕੁਟੁੰਬ ਸਾਰਾ ਸਮਾਜ। ਇਹ ਦੁੱਖ ਤੇ ਸੁੱਖ ਦੇ ਰੂਪ ਵਿੱਚ ਅਸਰ ਪਾਉਂਦੀਆਂ ਨੇ, ਪਰੰਤੂ ਪਰਮਾਤਮਾ ਦੇ ਵਿਧਾਨ ਵਿੱਚ ਦੁੱਖ ਸੁੱਖ ਨਹੀਂ ਹੈ। ਇਹਨੂੰ ਬਰੀਕੀ ਨਾਲ ਸੋਚ ਕੇ ਵੇਖਿਓ। ਪਰਮਾਤਮਾ ਦੇ ਵਿਧਾਨ ਵਿੱਚ ਦੁੱਖ ਸੁੱਖ ਨਹੀਂ ਹੈ। ਕਿਉਂ? ਕਿਉਂਕਿ ਉਹਨੇ ਆਪਣੀ ਮੌਜ ਵਿੱਚ ਉਹ ਸ਼ੈ ਬਣਾਈ ਹੈ, ਜਿੱਦਣ ਉਹਦੀ ਮੌਜ ਆਈ ਉਹਨੇ ਢਾ ਦੇਣੀ ਹੈ। ਇੱਕ ਵਿਦਵਾਨ ਨੇ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਇੱਥੇ। ਉਹ ਕਹਿਣ ਲੱਗਾ, ਕਦੇ ਬੱਚਿਆਂ ਨੂੰ ਖੇਡਦੇ ਵੇਖਿਆ ਤੁਸੀਂ?
ਜਦੋਂ ਖੇਡਦੇ ਨੇ ਮਿੱਟੀ ਇਕੱਠੀ ਕਰਕੇ ਤੇ ਬੜੀ ਰਚਨਾ ਰਚ ਲੈਂਦੇ ਨੇ, ਬੜੀ ਰਚਨਾ ਰਚ ਲੈਂਦੇ ਨੇ। ਛੋਟੇ ਛੋਟੇ ਬਹੁਤ ਕੁਝ ਘਰ ਆਦਿਕ, ਖੇਤ ਆਦਿਕ, ਬੜਾ ਕੁਝ ਬਣਾ ਲੈਂਦੇ ਨੇ। ਖੇਡਦਿਆਂ ਖੇਡਦਿਆਂ ਮੌਜ ਆ ਗਈ ਵੀ ਚਲੋ ਛੱਡ ਕੇ ਘਰ ਚਲਾਂਗੇ, ਉਹਨੂੰ ਲੱਤ ਮਾਰਤੀ, ਖਿਲਾਰਤਾ ਸਾਰਾ, ਕੋਈ ਆਕਾਰ ਨਹੀਂ ਹੈ ਕੋਈ। ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਤੇਰੀ ਮੌਜ ਹੋਈ, ਤੇਰੀ ਖੇਡ ਬਣੀ, ਹੁਕਮੈ ਜੰਮਣ, ਤੇਰੀ ਖੇਡ ਬਣੀ ਤੇ ਤੂੰ ਸਾਡੇ ਵਰਗੇ ਅਣਗਿਣਤ ਪੈਦਾ ਕਰ ਦਿੱਤੇ। ਕਰ ਰਿਹਾ, ਕੋਈ ਰੁਕਿਆ ਥੋੜਾ ਉਹਦਾ ਕਾਰਜ। ਚਲੋ ਠੀਕ ਹੈ, ਸਾਡਾ ਜਨਮ ਹੋ ਗਿਆ, ਇਹਦਾ ਮਤਲਬ ਇਹ ਥੋੜਾ ਵੀ ਪਿੱਛੇ ਜਨਮ ਰੁਕ ਗਿਆ, ਉਹ ਤਾਂ ਚੱਲ ਰਿਹਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਸਾਡੇ ਵਰਗੇ ਪਤਾ ਨਹੀਂ ਕਿੰਨੇ ਆਕਾਰ ਤੁਸੀਂ ਇੱਕ ਮੌਜ ਵਿੱਚ ਬਣਾ ਦਿੱਤੇ, ਬਣ ਰਹੇ ਨੇ, ਬਣੇ ਰਹੇ ਨੇ, ਬਣੇ ਹੀ ਰਹੇ ਨੇ। ਤੇ ਅੱਗੇ ਮਹਾਰਾਜ ਕਹਿੰਦੇ ਨੇ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਹੁਕਮੈ ਜੰਮਣ ਹੁਕਮੈ ਮਰਨਾ। ਤੁਹਾਡੀ ਮੌਜ ਹੁੰਦੀ ਹੈ ਤੇ ਸਾਡੇ ਵਰਗੇ ਕਿੰਨੇ ਆਕਾਰ ਐਂ ਰੁਲ ਜਾਂਦੇ ਨੇ। ਇਹ ਸਰੀਰ ਦੇਹੀਆਂ ਇੱਥੇ ਪਈਆਂ ਰਹਿ ਜਾਂਦੀਆਂ ਨੇ, ਇਹ ਮਿਟ ਜਾਂਦਾ। ਕਿਉਂ? ਕਿਉਂਕਿ ਇਹ ਪ੍ਰਮਾਤਮਾ ਦਾ ਹੁਕਮ ਹੈ, ਇਹ ਉਹਦੀ ਖੇਡ ਹੈ। ਤੇ ਸੱਚਮੁੱਚ ਗੁਰਮੁਖੋ, ਜਦੋਂ ਕਿਤੇ ਕੋਈ ਇਸ ਖੇਡ ਨੂੰ ਸਮਝ ਲੈਂਦਾ ਨਾ, ਮੈਂ ਕਹਿੰਦਾ ਜ਼ਿੰਦਗੀ ਦਾ ਆਨੰਦ ਵੱਖਰਾ ਹੋ ਜਾਏਗਾ। ਜੇ ਕਿਤੇ ਅਸੀਂ ਇਹਨੂੰ ਸਮਝ ਲਈਏ, ਬਹੁਤ ਆਨੰਦ ਮਾਣਦਾ। ਵੇਖੋ, ਸਾਡੇ ਇਤਿਹਾਸ ਵਿੱਚ ਇੱਕ ਸਾਖੀ ਹੈ, ਬੜੀ ਭਾਵਪੂਰਵਕ ਸਾਖੀ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਬੈਠੇ ਸਨ ਤੇ ਮਹਾਰਾਜ ਜੀ ਕੇ ਇੱਕ ਸੁਪੁੱਤਰ ਬਾਬਾ ਟਲ ਰਾਏ ਜੀ, ਆਪ ਨੂੰ ਪਤਾ ਹੋਣਾ ਜਿਸ ਵੇਲੇ ਉਹਨਾਂ ਨੇ ਸਰੀਰ ਤਿਆਗਿਆ ਸੀ, ਜਾਣੂ ਆਪ ਗੁਰਮਤਿ ਦੀਆਂ ਸਾਖੀਆਂ ਤੋਂ, ਸੰਸਾਰ ਤੋਂ ਪਿਆਨਾ ਕਰ ਗਿਆ। ਘਟਨਾ ਐਸੀ ਹੋਈ ਵੀ ਮਹਾਰਾਜ ਨੇ ਆਪ ਹੀ ਹੁਕਮ ਦੇ ਦਿੱਤਾ ਕਿ ਬੇਟਾ ਜੀ, ਸ਼ਰੀਕੀ ਪਾ ਕੇ ਕੋਈ ਧਰਤੀ ਤੇ ਨਹੀਂ ਰਹਿ ਸਕਦਾ ਪਰਮਾਤਮਾ ਨਾਲ, ਤੁਹਾਨੂੰ ਜਾਣਾ ਪੈਣਾ। ਜਾਂ ਤੁਹਾਨੂੰ ਜਾਣਾ ਪੈਣਾ ਜਾਂ ਸਾਨੂੰ ਜਾਣਾ ਪੈਣਾ। ਹੁਕਮ ਮੰਨਿਆ ਪਿਤਾ ਜੀ, 7 ਬਚਨ ਸਾਡੇ ਤੋਂ ਗੁਸਤਾਖੀ ਹੋਈ ਹੈ, ਤਨ ਤੇ ਸਫੈਦ ਬਸਤਰ ਲਿਆ, ਲੇਟ ਗਏ, ਪ੍ਰਾਣ ਤਿਆਗ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰ ਦਾ ਸਾਰਾ ਜੋ ਅੰਤਮ ਸੰਸਕਾਰ, ਕਿਰਿਆ ਕਰਮ ਸਭ ਕੀਤਾ। ਬਾਣੀ ਦੇ ਪਾਠ ਹੋਏ, ਕੀਰਤਨ ਹੋਏ, ਵਿਚਾਰਾਂ ਹੋਈਆਂ, ਬਹੁਤ ਮਰਿਆਦਾ ਸੀ ਗੁਰਮਤਿ ਦੀ, ਹੁਣ ਵੀ ਹੈ। ਅਖੀਰ ਜੋ ਸਾਡੇ ਸਮਾਜ ਦਾ ਇੱਕ ਵਿਧਾਨ ਹੈ ਨਾ, ਵੀ ਜਦੋਂ ਕੋਈ ਪ੍ਰਾਣੀ ਜਾਂਦਾ ਤੇ ਜਿਹੜੇ ਖਾਸ ਸੰਬੰਧੀ ਹੁੰਦੇ ਨੇ ਨਾ, ਇੱਕ ਸਮੇਂ ਤੋਂ ਬਾਅਦ, ਮਹੀਨਾ, 2 ਮਹੀਨੇ, 6 ਮਹੀਨੇ, ਫਿਰ ਉਹਦੇ ਕੋਲ ਆਉਂਦੇ ਨੇ। ਇੱਕ ਸਾਡੇ ਸਮਾਜ ਦਾ ਕੁਦਰਤੀ ਵਿਧਾਨ ਬਣਿਆ ਕਿ ਜਦੋਂ ਕੋਈ ਪ੍ਰਾਣੀ ਜਾਂਦਾ, ਜਿਹੜੇ ਖਾਸ ਸੰਬੰਧੀ, ਜਿਵੇਂ ਕੋਈ ਚਾਚਾ, ਕੋਈ ਤਾਇਆ, ਕੋਈ ਮਾਮਾ, ਇਦਾਂ ਉਹ ਖਾਸ ਇੱਕ ਦਿਨ ਵਿਸ਼ੇਸ਼ ਮਿੱਥ ਕੇ ਨਾ, ਫਿਰ ਉਸੇ ਹੀ ਸੰਬੰਧ ਵਿੱਚ ਉਸ ਮਨੁੱਖ ਦੇ ਪਾਸ ਜ਼ਿਕਰ ਕਰਨ ਦੇ ਲਈ, ਵਿਚਾਰ ਕਰਨ ਦੇ ਲਈ ਪਹੁੰਚਦੇ। ਇੱਕ ਸਮਾਜ ਦਾ ਇੱਕ ਵਿਧਾਨ ਬਣਿਆ। ਮਹਾਰਾਜ ਜੀ ਕੇ ਸਾਂਢੂ ਭਾਈ ਸਾਈਂ ਦਾਸ ਜੀ ਆ ਗਏ। ਕੋਈ ਦਿਨ ਲੰਘੇ ਸਨ, ਸਾਡੇ ਵਿਦਵਾਨ ਕਹਿੰਦੇ ਨੇ ਕੋਈ ਦਿਨ ਲੰਘੇ ਸਨ, ਤੇ ਸਾਈਂ ਦਾਸ ਜੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਬੈਠੇ, ਨਮਸਕਾਰ ਕੀਤੇ। ਮਹਾਰਾਜ ਆਨੰਦ ਚਿੱਤ ਬੈਠੇ ਨੇ, ਉਹੀ ਮੌਜ, ਉਹੀ ਖੇੜੇ, ਉਹੀ ਬਾਣੀ ਦੀ ਬਖਸ਼ਿਸ਼, ਉੱਦਾਂ ਹੀ ਵਿਚਾਰ ਸੰਗਤਾਂ ਦੇ ਨਾਲ, ਬਹੁਤ ਅਗੰਮੀ ਕਲਾ ਵਰਤ ਰਹੀ ਹੈ। ਸਾਈਂ ਦਾਸ ਜੀ ਸੋਗ ਵਿੱਚ ਨੇ। ਹੁਣ ਉਹ ਤੇ ਆਪਣੇ ਮੰਤਵ ਨੂੰ ਲੈ ਕੇ ਆਏ ਨੇ ਵੀ ਚਲੋ ਕੁਝ ਦਿਨ ਹੋ ਗਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਉਹਕੇ ਪੁੱਤਰ ਚਲਾਣਾ ਕਰ ਗਏ ਸਨ, ਭਾਵੇਂ ਕਿ ਸਾਰਾ ਕਿਰਿਆ ਕਰਮ ਹੋ ਗਿਆ, ਲੇਕਿਨ ਫਿਰ ਉਹ ਉਸੇ ਬਾਤ ਨੂੰ ਲੈ ਕੇ ਮਹਾਰਾਜ ਆਨੰਦ ਵਿੱਚ ਨਹੀਂ, ਕੋਈ ਪ੍ਰਵਾਹ ਹੀ ਨਹੀਂ। ਵਿਚਾਰ ਕਰ ਲਈ। ਸਾਈਂ ਦਾਸ ਜੀ ਕਹਿਣ ਲੱਗੇ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀਓ, ਦੁੱਖ ਇੱਕ ਐਸੀ ਸ਼ੈ ਹੈ ਜਿਹੜੀ ਸਾਡੇ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਹੁਣੇ ਹੁਣੇ ਤੁਹਾਡੇ ਤੇ ਜਿਹੜੇ ਪੁੱਤਰ ਸਨ ਬਾਬਾ ਟਲ ਰਾਏ ਜੀ ਸੰਸਾਰ ਤੋਂ ਗਏ ਨੇ, ਤੇ ਮਨ ਸ਼ੰਕਤ ਹੋ ਗਿਆ ਵੇਖ ਕੇ। ਕੀ ਹੋਇਆ ਸਾਈਂ ਦਾਸ ਜੀ? ਕਿਉਂਕਿ ਤੁਸੀਂ ਤੇ ਬੜੀ ਮੌਜ ਵਿੱਚ ਵਿਚਰ ਰਹੇ ਹੋ, ਤੁਹਾਨੂੰ ਤੇ ਇਦਾਂ ਦਾ ਕੋਈ ਸੋਗ ਨਜ਼ਰ ਨਹੀਂ ਆ ਰਿਹਾ, ਤੁਸੀਂ ਤੇ ਆਨੰਦ ਚਿੱਤ ਹੋ, ਇਹ ਕਿੱਦਾਂ ਹੋ ਸਕਦਾ? ਐਸੀ ਵੀ ਬਿਰਤੀ ਹੋ ਸਕਦੀ ਹੈ ਮਨੁੱਖ ਦੇ ਅੰਦਰ ਵੀ ਇਹਦੇ ਤੇ ਦੁੱਖ ਰੰਚਕ ਮਾਤਰ ਵੀ ਪ੍ਰਭਾਵ ਨਾ ਪਾਵੇ। ਮਹਾਰਾਜ ਮੁਸਕਰਾ ਪੈ ਕਹਿਣ ਲੱਗੇ, ਸਾਈਂ ਦਾਸ ਜੀ ਆਓ ਤੁਹਾਨੂੰ ਵੀ ਦੱਸ ਦਿੰਦੇ ਹਾਂ। ਜਿਸ ਵੇਲੇ ਦੱਸਿਆ ਨਾ, ਸਾਡੇ ਵਿਦਵਾਨਾਂ ਨੇ ਉਹ ਸਾਖੀ ਪੋਟ ਕੀਤੀ, ਜਿਸ ਵੇਲੇ ਦੱਸਿਆ ਮਹਾਰਾਜ ਜੀ ਕੇ ਹੱਥ ਵਿੱਚ ਇੱਕ ਛੜੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਈਂ ਦਾਸ ਦੇ ਅੱਗੇ ਕਰ ਦਿੱਤੀ। ਕਹਿਣ ਲੱਗੇ, ਸਾਈਂ ਦਾਸ ਜੀ ਆਹ ਫੜੋ। ਫੜ ਲਈ। ਸਾਈਂ ਦਾਸ ਜੀ ਏਦਾਂ ਕਰੋ, ਇਸ ਧਰਤੀ ਤੇ ਇੱਕ ਲੀਕ ਖਿੱਚ ਦਿਓ। ਖਿੱਚ ਦਿੱਤੀ। ਇੱਕ ਹੋਰ ਖਿੱਚ ਦਿਓ। ਖਿੱਚ ਦਿੱਤੀ। ਕਹਿਣ ਲੱਗੇ, ਖਿੱਚ ਦਿੱਤੀ ਹੈ ਜੀ ਮਹਾਰਾਜ। ਹੁਣ ਏਦਾਂ ਕਰੋ, ਤੁਸੀਂ ਮਿਟਾ ਦਿਓ। ਹੁਣ ਮਾਜਨਾ ਕੀ ਹੈ? ਉਹ ਸੰਸਾਰਿਕ ਬਿਰਤੀ ਹੈ, ਜਲਦੀ ਸਮਝ ਨਹੀਂ ਆਉਂਦੀ। ਹੁਣ ਮਹਾਰਾਜ ਵੀ ਸਾਨੂੰ ਬਾਣੀ ਵਿੱਚ ਏਦਾਂ ਬਹੁਤ ਗੱਲਾਂ ਸਮਝਾਉਂਦੇ ਨੇ, ਪਰ ਸੰਸਾਰਿਕ ਬਿਰਤੀ ਹੈ, ਗੱਲ ਪਕੜ 'ਚ ਨਹੀਂ ਆਉਂਦੀ।
ਕਹਿਣ ਲੱਗੇ ਸਾਈਂ ਦਾਸ ਜੀ ਸਮਝ ਆ ਗਈ ਕਿ ਨਹੀਂ ਆਈ? ਮਹਾਰਾਜ ਨਹੀਂ, ਏਡੀ ਮੱਤ ਨਹੀਂ ਹੈ ਬਈ ਇੰਨੇ ਕੌਤਕ ਵੇਖ ਕੇ ਅਸੀਂ ਤੁਹਾਡੇ ਗਿਆਨ ਨੂੰ ਸਮਝ ਜਾਈਏ। ਸਾਡੇ ਜੀਵਾਂ ਪਾਸ ਏਡੀ ਮੱਤ ਕਿੱਥੇ ਹੈ? ਗੁਰਮੁਖੋ ਹੈ ਹੀ ਨਹੀਂ, ਸੱਚਮੁੱਚ ਨਹੀਂ ਹੈ। ਜੇ ਹੁੰਦੀ ਤਾਂ ਮੇਰਾ ਖਿਆਲ ਹੈ ਜ਼ਿੰਦਗੀ ਕੁਝ ਹੋਰ ਹੋਣੀ ਸੀ। ਕਹਿਣ ਲੱਗੇ ਸਾਈਂ ਦਾਸ ਜੀ, ਜੋ ਕੋਈ ਤੁਸੀਂ ਪੁੱਛ ਰਹੇ ਹੋ ਨਾ, ਬਸ ਅਸੀਂ ਤੁਹਾਡੀ ਗੱਲ ਦਾ ਜਵਾਬ ਦਿੱਤਾ ਹੈ। ਮਹਾਰਾਜ ਕਿੱਦਾਂ ਦਿੱਤਾ ਹੈ? ਸਾਈਂ ਦਾਸ ਜੀ, ਆ ਛੜੀ ਅਸੀਂ ਤੁਹਾਨੂੰ ਦਿੱਤੀ ਹੈ? ਜੀ ਹਜ਼ੂਰ। ਹੁਕਮ ਅਸੀਂ ਕੀਤਾ ਹੈ? ਜੀ। ਤੁਸੀਂ ਲਕੀਰ ਖਿੱਚੀ ਹੈ? ਜੀ। ਫਿਰ ਮਿਟਾਈ ਕਿਉਂ ਹੈ? ਮਹਾਰਾਜ ਤੁਹਾਡਾ ਹੁਕਮ ਸੀ। ਤੇ ਜੇ ਸਾਡਾ ਹੁਕਮ ਹੀ ਚੱਲਦਾ ਪਿਆ, ਜੇ ਸਾਡਾ ਹੁਕਮ ਹੀ ਚੱਲਿਆ, ਫਿਰ ਤੁਹਾਡਾ ਜ਼ੋਰ ਕਾਹਦਾ? ਭਾਵੇਂ ਠੀਕ ਹੈ ਖਿੱਚ। ਮਹਾਰਾਜ ਨੇ ਉੱਥੇ ਜਿਹੜਾ ਦ੍ਰਿਸ਼ਟਾਂਤ ਦਿੱਤਾ ਨਾ, ਗੁਰਦੇਵ ਕਹਿਣ ਲੱਗੇ ਅਸਲ ਵਿੱਚ ਇਹ ਸਾਰੀ ਖੇਡ ਪਰਮਾਤਮਾ ਦੀ ਚੱਲਦੀ ਹੈ। ਜਿਨੇ ਹੁਕਮ ਕਰਕੇ ਸਾਡੇ ਪਾਸ ਭੇਜਿਆ, ਲਕੀਰ ਖਿੱਚੀ, ਜਿਨੇ ਜਨਮ ਦਿੱਤਾ, ਅੱਜ ਉਹਨੇ ਹੁਕਮ ਕਰਕੇ ਵਾਪਸ ਬੁਲਾ ਲਿਆ। ਹੁਣ ਅਸੀਂ ਕਿਉਂ ਸੋਗ ਕਰੀਏ? ਤੁਹਾਨੂੰ ਕਿਸੇ ਗੱਲ ਦਾ ਭੈ ਹੈ ਵੀ ਲਕੀਰ ਖਿੱਚਦਿਆਂ ਜਾਂ ਮਿਟਾਉਂਦਿਆਂ ਕੋਈ ਡਰ ਆਇਆ? ਕਹਿਣ ਲੱਗੇ ਨਹੀਂ ਹਜ਼ੂਰ। ਫਿਰ ਕਹਿਣ ਲੱਗੇ ਸੋਗ ਕਰਨ ਦਾ ਕੀ ਫਾਇਦਾ? ਅਸਲ ਵਿੱਚ ਇਹੀ ਸੱਚ ਹੈ ਸੰਸਾਰ ਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਰਮਾਤਮਾ ਦੇ ਹੁਕਮ ਦੀ ਖੇਡ ਹੈ। ਹੁਕਮ ਨਾਲ ਉਹਨੇ ਸਾਡੀ ਝੋਲੀ ਪਾਇਆ ਸੀ, ਜਿੰਨਾ ਸਮਾਂ ਹੁਕਮ ਸੀ ਖੇਡ ਗਿਆ। ਅੱਜ ਉਹਦੇ ਹੁਕਮ 'ਚ ਵਾਪਸ ਗਿਆ ਚਲਾ, ਹੁਣ ਸਾਨੂੰ ਸੋਗ ਕਰਨ ਦਾ ਕੀ ਅਧਿਕਾਰ ਹੈ? ਅਸੀਂ ਤੇ ਆਪਣੇ ਆਨੰਦ ਵਿੱਚ ਹਾਂ। ਤੇ ਸੱਚਮੁੱਚ ਨਹੀਂ ਕੀਤਾ, ਕਿਉਂਕਿ ਦੋ ਪੁੱਤਰ, ਇੱਕ ਬਾਬਾ ਗੁਰਦਿੱਤਾ ਸਾਹਿਬ ਜੀ, ਇੱਕ ਬਾਬਾ ਟਲ ਰਾਏ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬੈਠਿਆਂ ਸੰਸਾਰ ਤੋਂ ਕੂਚ ਕਰ ਗਏ ਸਨ, ਜੋ ਸਾਡਾ ਇਤਿਹਾਸ ਕਹਿੰਦਾ। ਪਰੰਤੂ ਮਹਾਰਾਜ ਆਪਣੀ ਮੌਜ ਵਿੱਚ ਵਿਚਰਦੇ ਰਹੇ। ਸੋ ਇਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਖੇਡ ਹੈ, ਆਪੇ ਕਾਰਨ ਆਪੇ ਕਰਨਾ। ਪਹਿਲੇ ਤੇ ਉਹਨੇ ਕਾਰਨ ਇਦਾਂ ਕੀਤਾ, ਫਿਰ ਅੱਗੇ ਉਹਨੇ ਜਨਮ ਮਰਨ ਦੀ ਖੇਡ ਬਣਾਈ ਹੈ। ਹੁਕਮ ਹੈ ਜੰਮਣ, ਹੁਕਮ ਹੈ ਮਰਨਾ, ਉਹਦੀ ਖੇਡ ਵਿੱਚ ਵਰਤਦਾ। ਅੱਗੇ ਅਖੀਰਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ, ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ਼ ਤੁਮਾਰੀ। ਸੱਚਮੁੱਚ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਕੀਤਾ ਕੀ ਹੈ? ਇੰਨੀ ਕੁ ਗੱਲ ਨੂੰ ਸਮਝ ਕੇ ਕਿ ਪਰਮਾਤਮਾ ਅਸੀਂ ਤੈਨੂੰ ਜਾਣ ਨਹੀਂ ਸਕਦੇ, ਸਾਡੇ ਕੋਲ ਏਡੀ ਮੱਤ ਨਹੀਂ ਹੈ, ਸਾਡੇ ਕੋਲ ਇੰਨਾ ਗਿਆਨ ਨਹੀਂ ਹੈ, ਬਸ ਇੰਨਾ ਹੀ ਕਰ ਸਕਦੇ ਹਾਂ, ਤੇਰੇ ਨਾਮ ਨੂੰ ਮਨ ਤੇ ਤਨ ਦਾ ਆਧਾਰ ਬਣਾ ਲਿਆ। ਕਿਉਂਕਿ ਜਦੋਂ ਕੋਈ ਗੁਰਮੁਖ ਨਾਮ ਨੂੰ ਮਨ ਤਨ ਆਧਾਰ ਬਣਾ ਲਵੇ ਨਾ, ਉਦੋਂ ਫਿਰ ਜ਼ਰੂਰ ਪਰਮਾਤਮਾ ਕਿਰਪਾ ਕਰਦਾ, ਉਹਦੇ ਅੰਦਰ ਵੀ ਇੱਕ ਅਗੰਮੀ ਗਿਆਨ ਪਾ ਦਿੰਦਾ ਹੈ, ਉਹਦੇ ਅੰਦਰ ਵੀ ਕਲਾ ਵਰਤ ਜਾਂਦੀ ਹੈ। ਸੋ ਨਾਮ ਤੇਰਾ ਮਨ ਤਨ ਆਧਾਰੀ, ਨਾਨਕ ਦਾਸ ਬਖਸ਼ੀਸ਼ ਤੁਮਾਰੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਨੂੰ ਸੇਵਕਾਂ ਨੂੰ ਕੇਵਲ ਤੇ ਕੇਵਲ ਤੇਰੇ ਚਰਨਾਂ ਦਾ ਆਸਰਾ ਮਿਲਿਆ, ਕੇਵਲ ਤੇਰੀ ਬਖਸ਼ੀਸ਼ ਸਹਾਰੇ ਅਸੀਂ ਜੀਵਨ ਜੀਂਦੇ ਹਾਂ। ਵਰਨਾ ਜੇ ਪ੍ਰਮਾਤਮਾ ਦੀ ਕਾਇਨਾਤ ਦੀ ਗੱਲ ਕਰੀਏ, ਉਹਦੀ ਕੁਦਰਤ ਦੀ ਗੱਲ ਕਰੀਏ, ਤੇ ਬਾਬਾ ਜੀ ਨੇ ਤੇ ਬਾਣੀ ਵਿੱਚ ਬੇਅੰਤ ਉਦਾਹਰਨ ਦਿੱਤੇ ਨੇ। ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ, ਗੁਰਦੇਵ ਕਹਿੰਦੇ ਨੇ, ਸੁਨੋ ਖਾਣੀ ਸੁਨੋ ਬਾਣੀ, ਸੁਨੋ ਉਪਜੀ ਸੁਨ ਸਮਾਣੀ, ਉਤਪੁਜ ਚਲਦ ਕੀਆ ਤਿਨ ਕਰਤੇ, ਅਚਰਜ ਖੇਡ ਦਿਖਾਏਂਦਾ। ਇਹ ਜੋ ਕੁਝ ਬਣਿਆ ਕਿਹਦੇ ਤੋਂ ਬਣਿਆ, ਪਿੱਛੇ ਕੌਣ ਸੀ ਤੇ ਕਿਹਦੇ ਵਿੱਚ ਸਮਾ ਜਾਂਦਾ, ਪਿੱਛੇ ਕੌਣ ਹੈ, ਕਿਸੇ ਨੂੰ ਕੁਝ ਪਤਾ ਨਹੀਂ। ਫਿਰ ਉਤਪੁਜ ਚਲਤ, ਇਹ ਧਰਤੀ ਵਿੱਚੋਂ ਕਈ ਕੁਛ ਪੈਦਾ ਹੋ ਰਿਹਾ। ਜੇ ਵੇਖੋ ਕਿੰਨੀ ਪ੍ਰਕਿਰਤੀ ਖਿੜੀ ਖੜੀ ਹੈ, ਇੱਕ ਦਿਨ ਆਉਣਾ ਇਹਨੇ ਧਰਤੀ ਵਿੱਚ ਹੀ ਸਮਾ ਜਾਣਾ ਹੈ। ਧਰਤੀ ਚੋਂ ਪੈਦਾ, ਆ ਵੇਖੋ 6 ਮਹੀਨੇ ਪਹਿਲਾਂ ਜ਼ਿਮੀਂਦਾਰਾਂ ਨੇ ਫਸਲ ਬੀਜੀ ਸੀ, ਹੁਣ ਸਾਰੇ ਵੱਢ ਰਹੇ। ਪਹਿਲਾਂ ਜਿਵੇਂ ਸੀ ਹੁਣ ਫਿਰ ਉਦਾਂ ਹੀ ਹੋ ਰਿਹਾ। ਇਹ ਖੇਡ ਹੈ, ਪ੍ਰਮਾਤਮਾ ਦਾ ਇੱਕ ਤਮਾਸ਼ਾ ਹੈ, ਵਿਸਮਾਦ ਹੈ। ਤੇ ਇਹ ਐਸੀ ਖੇਡ ਹੈ ਜਿਹੜੀ ਸਾਡੀ ਸੁਰਤ ਲਈ ਬੁੱਝਣੀ ਅਤ ਕਠਨ ਹੈ। ਸੋ ਗੁਰਦੇਵ ਰਹਿਮਤ ਕਰਨੇਨੀਆਂ ਕੋ ਬਿਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ, ਬਾਣੀ ਵਿਚਾਰਦਿਆਂ ਹੋਈਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਬਖਸ਼ ਲੈਣੀਆਂ। ਆਓ ਹੁਣ ਆਨੰਦ ਸਾਹਿਬ ਜੀ ਕੇ ਜਾਪ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਅੰਦਰ ਜੁੜੀਏ। ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।